ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਾਂ ਕੇ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਾਚੋ ਜੋ ਸਭ ਮੈਂ ਰਿਹਾ ਸਮਾਈ। ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗਤ ਮਿਲ ਨਾਮ ਤੇ ਆਓ ਪੂਰਨ ਹੋਵੇ ਖਾਲਾ। ਸਾਰ ਸੰਭਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗਲ ਲਾਵੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਆਪ ਸਾਰੀ ਰੱਬ ਰੂਪੀ ਸੰਗਤਾਂ ਤੇ ਹੋਈ ਹੈ, ਜੋ ਅੰਮ੍ਰਿਤ ਵੇਲੇ ਦੇ ਨਿਤ ਜਾਗਣੇ ਵਿੱਚ ਆਪ ਹਾਜ਼ਰੀ ਭਰਦੇ ਹੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਬੜੇ ਉੱਚੇ ਤੇ ਤੁਹਾਡੇ ਸੁੱਚੇ ਭਾਗ ਹਨ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦਾ ਅੰਮ੍ਰਿਤ ਵੇਲਾ ਬਣਿਆ ਰਵੇ, ਆਖਰੀ ਸਵਾਸਾਂ ਤੱਕ ਸਤਿਗੁਰੂ ਤੁਹਾਡੇ ਪਾਸੋਂ ਸੇਵਾ ਲੈਂਦੇ ਰਹਿਣ। ਬੜੇ ਪਿਆਰ ਸਹਿਤ ਹੱਥ ਬੰਨ੍ਹ ਕੇ ਬੇਨਤੀ ਹੈ, ਆਪਣਾ ਕੈਮਰਾ ਆਨ ਕਰਕੇ ਬੈਠੋ ਤਾਂ ਕਿ ਜਿਹੜਾ ਵੀ ਕੋਈ ਆ ਕੇ ਗੁਰਬਾਣੀ ਵਿਚਾਰ ਕਰਦਾ ਹੈ ਜਾਂ ਬਾਣੀ ਪੜ੍ਹਦਾ ਹੈ, ਬਾਣੀ ਦੇ ਸਤਿਕਾਰ ਵਜੋਂ ਜ਼ਰੂਰ ਕੈਮਰਾ ਆਨ ਕਰਕੇ ਬੈਠੋ। ਇਕਾਗਰਤਾ ਹੋਏਗੀ ਤੇ ਇਸ ਅੰਮ੍ਰਿਤ ਵੇਲੇ ਦੇ ਜਾਗਣੇ ਦਾ ਲਾਭ ਹੋਏਗਾ। ਜਾਗਣ ਨੂੰ ਤੇ ਦੁਨੀਆ ਜਾਗ ਰਹੀ ਹੈ, ਸਾਰਿਆਂ ਨੂੰ ਲਾਭ ਥੋੜ੍ਹਾ ਮਿਲਦਾ ਹੈ। ਇਸ ਵੇਲੇ ਤੇ ਤੁਸੀਂ ਮੰਡੀਆਂ 'ਤੇ ਚਲੇ ਜਾਓ, ਉੱਥੇ ਵੀ ਸਬਜ਼ੀ ਲੈਣ ਵਾਲੇ ਸਵੇਰੇ ਹੀ ਬੈਠ ਜਾਂਦੇ ਨੇ, ਹਲਵਾਈ ਵੀ ਸਵੇਰੇ ਉੱਠ ਜਾਂਦੇ ਨੇ, ਚੌਂਕੀਦਾਰ ਵੀ ਸਾਰੀ ਰਾਤ ਜਾਗਦਾ ਹੈ, ਇੱਥੋਂ ਤੱਕ ਚੋਰ ਵੀ ਜਾਗਦਾ ਹੈ। ਪਰ ਜਾਗਿਆ ਉਹਦਾ ਪ੍ਰਵਾਨ ਹੁੰਦਾ ਹੈ ਜਿਹੜਾ ਉੱਠ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜਦਾ ਹੈ। ਸੋ ਆਓ, ਆਪ ਕੈਮਰਾ ਆਨ ਕਰਕੇ ਸੁਰਤ ਨੂੰ ਟਿਕਾ ਕੇ ਬਿਠਾਓ। ਜਿਸ ਤਰ੍ਹਾਂ ਬਾਲਟੀ ਦੇ ਵਿੱਚ ਪਾਣੀ ਹੁੰਦਾ ਹੈ ਤੇ ਬਾਲਟੀ ਸਰੀਰ ਹੈ, ਸਰੀਰ ਟਿਕ ਗਿਆ। ਜਿਸ ਦਿਨ ਬਾਲਟੀ ਟਿਕ ਗਈ ਤੇ ਉਹਦੇ ਵਿੱਚ ਪਿਆ ਪਾਣੀ ਵੀ ਆਪੇ ਟਿਕ ਜਾਏਗਾ। ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਟਿਕ ਕੇ ਕਥਾ ਦਾ ਆਨੰਦ ਮਾਣੋ, ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਕੇ ਟਿਕ ਕੇ ਬੈਠੋ। ਹਰੀ ਦੇ ਪਿਆਰਿਓ, ਤੁਹਾਨੂੰ ਪਿਆਰੇ ਦੀ ਸੰਗਿਆ ਗੁਰੂ ਸਾਹਿਬ ਦੇ ਕੇ ਕਹਿ ਰਹੇ ਨੇ, ਥਿਰ ਘਰ ਬੈਸੋ ਹਰ ਜਨ ਪਿਆਰੇ। ਮਾਰੇ ਕਹਿੰਦੇ ਸਤਿਗੁਰ ਤੁਮਰੇ ਕਾਜ ਸਵਾਰੇ। ਸੋ ਟਿਕ ਕੇ ਬਹਿਣਾ ਹੀ ਗੁਰੂ ਦੀ ਇਹੀ ਸਭ ਤੋਂ ਵੱਡਾ ਤੇ ਔਖਾ ਕੰਮ ਹੈ, ਸੁਣਨਾ। ਔਰ ਜਿਹਨੇ ਸੁਣ ਲਿਆ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੋ ਆਓ, ਚੱਲ ਰਹੀ ਲੜੀਵਾਰ ਵਿਚਾਰ ਨੂੰ ਅਸੀਂ ਅੱਗੇ ਵਧਾਈਏ, ਗੁਰੂ ਸਾਹਿਬ ਕੋਲੋਂ ਅਸੀਸ ਲਈਏ। ਆਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰਦੇ ਹੋਏ, ਧਿਆਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਗਾਉਂਦੇ ਹੋਏ ਸਾਰੇ ਹਿਰਦੇ ਰੂਪੀ ਘਰ ਵਿੱਚੋਂ ਕਹੋ,
ਸਤਨਾਮ ਸ੍ਰੀ ਵਾਹਿਗੁਰੂ। ਕੋਈ ਰਹਿ ਗਿਆ ਹੈ, ਉਹ ਵੀ ਆਵਾਜ਼ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸੋਹਲੇ ਦੇ 5 ਸ਼ਬਦ ਨੇ। ਅੱਜ ਦੂਜਾ ਸ਼ਬਦ ਅਸੀਂ ਮਿਲ ਬੈਠ ਕੇ ਸਾਂਝ ਕਰਨਾ ਹੈ। ਰਾਗ ਆਸਾ ਮਹਿਲਾ ਪਹਿਲਾ। ਪੜ੍ਹਨਾ ਐਵੇਂ, ਰਾਗ ਆਸਾ ਮਹਿਲਾ ਪਹਿਲਾ। ਗੁਰੂ ਨਾਨਕ ਪਾਤਸ਼ਾਹ ਦਾ ਇਹ ਆਸਾ ਰਾਗ ਹੈ। ਥੋੜ੍ਹਾ ਜਿਹਾ ਅੱਜ 5, 7, 10 ਮਿੰਟ ਅਸੀਂ ਰਾਗ ਬਾਰੇ ਕੁਝ ਸਮਝ ਲਈਏ, ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਰਾਗਾਂ ਦੀ ਤਰਤੀਬ ਕਿਸ ਤਰ੍ਹਾਂ ਲਿਖੀ ਗਈ ਹੈ ਜਾਂ ਰਾਗ ਕੀ ਹਨ, ਅੱਜ ਅਸੀਂ 5-7 ਮਿੰਟ ਲਗਾ ਕੇ, ਕਿਉਂਕਿ ਪੰਕਤੀ ਸਾਹਮਣੇ ਆ ਗਈ, ਰਾਗ ਆਸਾ ਮਹਿਲਾ ਪਹਿਲਾ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ 2 ਰਾਗ ਮਹਾਰਾਜ ਦੀ ਆਪਣੀ ਉਪਜ ਹੈ, ਜਿਹੜੀ ਮਹਾਰਾਜ ਨੇ ਆਪ ਬਣਾਏ ਨੇ, ਉਹ 2 ਰਾਗ ਨੇ। ਇੱਕ ਆਸਾ ਰਾਗ, ਇੱਕ ਮਾਝ ਰਾਗ। ਇਹ ਨੋਟ ਕਰ ਲਓ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਨੇ, ਉਹਦੇ ਵਿੱਚ 2 ਰਾਗ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਬਣਾਏ ਹੋਏ ਨੇ, ਜਿਹੜੇ ਵੀ ਕਿਸੇ ਵੀ ਸੰਗੀਤ ਦੀ ਦੁਨੀਆ ਦੇ ਵਿੱਚ ਉਹ ਰਾਗ ਆਸਾ ਰਾਗ ਤੇ ਮਾਝ ਰਾਗ ਹੋਰ ਕਿੱਥੇ ਅਕੈਡਮੀਆਂ ਤੇ ਗੁਰਮਤਿ ਦੀ ਅਕੈਡਮੀ ਛੋੜ ਕੇ ਕਿੱਥੇ ਇਸ ਰਾਗ ਨੂੰ, ਮਤਲਬ ਕਿ ਗੁਰੂ ਨਾਨਕ ਪਾਤਸ਼ਾਹ ਦੇ ਥਰੂ ਇਹ ਰਾਗ ਰਚੇ ਗਏ ਨੇ। ਹਿੰਦੁਸਤਾਨ ਦੇ ਅੰਦਰ 2 ਤਰ੍ਹਾਂ ਦੇ ਰਾਗ ਗਾਏ ਜਾਂਦੇ ਨੇ। ਧਿਆਨ ਦੇਣਾ, ਮੈਂ ਤਾਂ ਅੱਜ ਥੋੜ੍ਹਾ ਜਿਹਾ ਵਿਸ਼ਾ ਰਾਗ ਦਾ ਲੈ ਲਿਆ 5-7 ਮਿੰਟ, ਫਿਰ ਅਸੀਂ ਅੱਗੇ ਇਸੇ ਨੂੰ ਸ਼ਬਦ ਨੂੰ ਲਵਾਂਗੇ। ਗੁਰੂ ਸਾਹਿਬ ਕਹਿੰਦੇ ਨੇ ਭਾਰਤ ਵਿੱਚ 2 ਤਰ੍ਹਾਂ ਦੇ ਸੰਗੀਤ ਨੇ, ਇੱਕ ਦੱਖਣੀ ਤੇ ਇੱਕ ਪੂਰਬੀ। ਦੱਖਣ ਦੇ ਵਿੱਚ ਉਹਦੇ ਵਿੱਚ ਜਿਹੜਾ ਰਾਗ ਮਸ਼ਹੂਰ ਹੈ, ਸਿਰਮੌਰ ਰਾਗ ਹੈ, ਉਹ ਸ੍ਰੀ ਰਾਗ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਅਰੰਤਾ ਵੀ ਸ੍ਰੀ ਰਾਗ ਤੋਂ ਹੁੰਦੀ ਹੈ। ਇਹ ਦੱਖਣ ਦਾ ਰਾਗ ਹੈ ਔਰ ਇਹਨੂੰ ਬੜੀ ਬੇਖੂਬੀ ਨਾਲ ਉਹ ਗਾਉਂਦੇ ਨੇ। ਤੇ ਜਿਹੜਾ ਪੂਰਬ ਦਾ ਰਾਗ ਹੈ, ਉਹ ਰਾਗ ਹੈ ਭੈਰੋ ਰਾਗ। ਇਹ ਬੜਾ ਖੂਬੀ ਦਾ ਗਾਉਂਦੇ ਨੇ ਭੈਰੋ ਰਾਗ। ਔਰ ਦੱਖਣ ਵਾਲੇ ਭੈਰੋ ਰਾਗ ਅੱਛੀ ਤਰ੍ਹਾਂ ਨਹੀਂ ਗਾ ਸਕਦੇ, ਉਹ ਪੂਰਬ ਵਾਲੇ ਸ਼੍ਰੀ ਰਾਗ ਅੱਛੀ ਤਰ੍ਹਾਂ ਨਹੀਂ ਗਾ ਸਕਦੇ। ਜਿਹੜੇ ਸੰਗੀਤ ਦੇ ਗਿਆਤਾ ਹੁੰਦੇ ਨੇ ਨਾ, ਉਹ ਸਮਝ ਜਾਂਦੇ ਨੇ ਕਿ ਇਹ ਦੱਖਣ ਦਾ ਰਾਗ ਹੈ, ਕਿਉਂਕਿ ਇਹ ਦੱਖਣ ਦੇ ਵਿੱਚ ਜਿਸ ਤਰ੍ਹਾਂ ਕੇਰਲਾ ਹੋ ਗਿਆ, ਤਮਿਲਨਾਡੂ ਹੋ ਗਿਆ, ਕਰਨਾਟਕਾ ਹੋ ਗਿਆ ਤੇ ਆਂਧਰਾ, ਇਸ ਤਰ੍ਹਾਂ ਦੀਆਂ ਸਟੇਟਾਂ ਤੇ ਇਹ ਦੱਖਣ ਰਾਗ ਸ਼੍ਰੀ ਰਾਗ ਦੇ ਵਿੱਚ ਇਹਨਾਂ ਦਾ ਸਿਰਮੌਰ ਰਾਗ ਹੈ, ਜੋ ਇਸ ਰਾਗ ਨੂੰ ਬੜੀ ਮਹੱਤਤਾ ਦਿੰਦੇ ਨੇ। ਔਰ ਉਸ ਰਾਗ ਉੱਥੋਂ ਦੀ ਉਪਜ ਹੈ, ਦੱਖਣ ਰਾਗ ਦੀ। ਔਰ ਜਿਹੜਾ ਪੂਰਬ ਦਾ ਰਾਗ ਹੈ, ਇਹ ਇਸ ਸਾਈਡ ਹੈ, ਬੰਗਾਲ ਹੋ ਗਿਆ, ਬਿਹਾਰ ਹੋ ਗਿਆ, ਹੋਰ ਤੁਹਾਡਾ ਪੰਜਾਬ, ਯੂਪੀ, ਇਹ ਮਤਲਬ ਕਿ ਇਸ ਸਾਈਡ ਦੀ ਤਰਫ ਇਹ ਰਾਗ ਨੂੰ ਭੈਰੋ ਰਾਗ ਵਿੱਚ ਗਾਇਆ ਜਾਂਦਾ ਹੈ। ਸ੍ਰੀ ਰਾਗ ਮਹਾਰਾਜ ਨੇ ਅਰੰਤਾ ਦੇ ਵਿੱਚ। ਔਰ ਭੈਰੋ ਜਿਹੜਾ ਰਾਗ ਹੈ, ਜਦੋਂ ਤੁਸੀਂ ਰਾਗ ਮਾਲਾ ਪੜ੍ਹਦੇ ਹੋ, ਪ੍ਰਥਮ ਰਾਗ ਭੈਰਵੋ ਵੇ ਕਰੀ, ਪੰਚ ਰਾਗਰੀ ਸੰਗ ਉਚਰੀ, ਪ੍ਰਥਮ ਭੈਰਵੀ ਬਿਲਾਵਲੀ, ਪੁਨਿਆ ਕੀ ਗਾਵੇ ਬੰਗਲੀ, ਪੁਨ ਅਸਲੇਖੀ ਕੀ ਭਈ ਬਾਰੀ, ਇਹ ਭੈਰੋ ਕੀ ਪੰਚੋ ਨਾਰੀ। ਇਹ ਜਦੋਂ ਭੈਰੋ ਰਾਗ ਸ਼ੁਰੂ ਹੁੰਦਾ ਹੈ, ਇਹਦਾ ਬੜਾ ਹੀ ਵੱਡਾ ਪਰਿਵਾਰ ਹੈ, ਇਹਦੇ ਪੁੱਤਰ ਧੀਆਂ ਬੜਾ ਕੁਛ ਹੈ। ਤੋ ਇਹ ਪੂਰਬ ਵਿੱਚ ਗਾਇਆ ਜਾਂਦਾ ਹੈ, ਜੋ ਕਿ ਇਸ ਤਰ੍ਹਾਂ ਕਹਿ ਲਓ ਕਿ ਉੜੀਸਾ ਵਿੱਚ ਹੋ ਗਿਆ, ਬੰਗਾਲ ਹੋ ਗਿਆ, ਯੂਪੀ, ਇਸ ਸਾਈਡ ਪੰਜਾਬ, ਹਰਿਆਣਾ ਆਦਿ। ਤੋ ਗੁਰੂ ਸਾਹਿਬ ਨੇ ਜਿਹੜੇ 2 ਰਾਗ ਆਪਣੇ ਕੀਤੇ ਹਨ, ਉਹ ਨੇ ਰਾਗ ਆਸਾ ਤੇ ਰਾਗ ਮਾਝ। ਉਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਇਹ ਰਾਗ ਬਣਾਏ ਗਏ ਨੇ। ਤੋ ਮਹਾਰਾਜ ਨੇ ਇਸ ਰਾਗਾਂ ਨੂੰ ਬੜੇ ਹੀ ਤਰਤੀਬ ਦੇ ਨਾਲ ਇਹਨੂੰ ਕੀਤਾ ਹੈ। ਸ਼੍ਰੀ ਰਾਗ ਆਰੰਭ ਹੁੰਦਾ ਹੈ ਤੇ ਜੈ ਜੈਵੰਤੀ ਰਾਗ ਤੋਂ, ਜੈ ਜੈਵੰਤੀ ਭਾਵ ਜਾਗਨੇ ਦਾ, ਜਿੱਤ ਦਾ ਰਾਗ ਹੈ। ਤੋ ਮਹਾਰਾਜ ਨੇ ਇਸ ਤਰਤੀਬ ਦੇ ਨਾਲ ਇਹ ਰਾਗ ਸਾਨੂੰ
ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਅੱਜ ਇਸ ਆਸਾ ਰਾਗ ਦੇ ਵਿੱਚ ਸਾਨੂੰ ਕੀ ਕਹਿਣਾ ਚਾਹੁੰਦੇ? ਰਾਗ ਆਸਾ ਮਹਿਲਾ ਪਹਿਲਾ। ਇੱਥੇ ਮਹਿਲਾ ਨਹੀਂ ਕਹਿਣਾ, ਫਿਰ ਧਿਆਨ ਦੇਣਾ। ਰਾਗ ਆਸਾ ਮਹੱਲਾ ਪਹਿਲਾ। ਬਹੁਤ ਚਿਰ ਅਸੀਂ ਪਹਿਲਾਂ ਵੀ ਬਚਪਨ ਤੋਂ ਮਹਿਲਾ ਹੀ ਪੜ੍ਹਦੇ ਆਉਂਦੇ ਸਾਂ। ਅਸੀਂ ਸ਼ੁਰੂ ਤੋਂ ਦਰਬਾਰ ਸਾਹਿਬ ਵੀ ਸੁਣਦੇ ਸਾਂ, ਛੋਟੇ ਹੁੰਦਿਆਂ ਉਹ ਵੀ ਮਹਿਲਾ ਹੀ ਪੜ੍ਹਦੇ ਸਨ, ਪਰ ਕਾਫੀ ਸਮੇਂ ਤੋਂ ਹੁਣ ਮਹੱਲਾ ਸ਼ੁਰੂ ਕੀਤਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਜ਼ਿਆਦਾ ਅੱਖਰ ਐਸੇ ਨੇ ਜਿਹੜੇ ਸੰਸਕ੍ਰਿਤ ਵਿੱਚ ਵੀ ਅਰਥ ਕਰਦੇ ਨੇ ਤੇ ਫਾਰਸੀ ਅਰਬੀ ਦੇ ਵੀ ਅੱਖਰ ਨੇ। ਜਿਸ ਤਰ੍ਹਾਂ ਕਰਮ ਹੈ, ਇਹ ਫਾਰਸੀ ਦਾ ਅੱਖਰ ਹੈ ਕਰਮ, ਇਹਦਾ ਮਤਲਬ ਹੁੰਦਾ ਹੈ ਬਖਸ਼ਿਸ਼। ਪਰ ਉਹੀ ਕਰਮ ਜੇ ਸੰਸਕ੍ਰਿਤ ਆ ਜਾਏ ਤੇ ਉਹਦਾ ਕੰਮ ਹੁੰਦਾ ਹੈ, ਮਤਲਬ ਹੁੰਦਾ ਹੈ ਕੰਮ ਧੰਦਾ, ਵੀ ਤੇਰੇ ਕਰਮ ਮਾੜੇ ਨੇ, ਕਿਰਤ ਕਰਮ ਕੇ ਵਿਛੜੇ, ਤੇਰੇ ਕੰਮ ਮਾੜੇ ਨੇ। ਹੈ ਕਰਮ ਹੀ ਅੱਖਰ ਹੈ, ਪਰ ਜੇ ਅਸੀਂ ਇਹਦੀ ਸੰਸਕ੍ਰਿਤ ਦੀ ਵਰਤੋਂ ਕਰੀਏ ਤੇ ਇਹਦਾ ਮਤਲਬ ਹੁੰਦਾ ਹੈ ਕਿ ਕੰਮ ਧੰਦੇ। ਤੇ ਜੇ ਕਰਮ ਬਖਸ਼ਿਸ਼, ਬਹੁਤਾ ਕਰਮ ਲਿਖਿਆ ਨਾ ਜਾਏ, ਉੱਥੇ ਬਖਸ਼ਿਸ਼ ਹੈ, ਰਹਿਮਤ ਹੈ। ਬਹੁਤ ਜ਼ਿਆਦਾ ਅੱਖਰ ਪਾਕ ਅੱਖਰ ਆਉਂਦਾ ਨਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾਂ ਹੋਆ ਪਾਕ ਪਵਿੱਤਰ। ਇਹ ਅਗਰ ਪਾਕ ਨੂੰ ਅਸੀਂ ਲਈਏ ਤੇ ਸੰਸਕ੍ਰਿਤ ਵਿੱਚ ਪਾਕ ਨੂੰ ਕਹਿੰਦੇ ਨੇ ਰਸੋਈ, ਪਾਕਸ਼ਾਲਾ। ਭਾਵ ਕੀ ਹੋ ਗਿਆ? ਰਸੋਈ ਘਰ, ਭੋਜਨ। ਪਾਕ ਹੁੰਦਾ ਭੋਜਨ ਤੇ ਪਾਕਸ਼ਾਲਾ ਰਸੋਈ ਹੋ ਗਈ। ਉਹੀ ਅੱਖਰ ਪਾਕ ਅਗਰ ਸੰਸਕ੍ਰਿਤ ਦਾ ਹੈ ਤਾਂ ਉਹਦਾ ਭਾਵ ਇਹ ਹੁੰਦਾ ਹੈ ਕਿ ਭੋਜਨ ਹੈ। ਤੇ ਜੇ ਪਾਕ ਫਾਰਸੀ ਅਰਬੀ ਦਾ ਤੇ ਫਿਰ ਉਹਦਾ ਭਾਵ ਨਿਕਲਦਾ ਹੈ ਸਾਫ। ਤੁਸੀਂ ਸਾਡਾ ਜਦੋਂ ਵੰਡ ਹੋਈ ਹੈ 47 ਵਿੱਚ, ਤੇ ਇੰਡੀਆ ਤੋਂ ਜਿਹੜੀ ਕੰਟਰੀ ਵੱਖ ਹੋਈਆਂ ਨੇ ਉਹਦੇ ਵਿੱਚ ਪਾਕਿਸਤਾਨ, ਬਈ ਪਾਕਿਸਤਾਨ ਸਾਫ ਸੁਥਰਾ। ਤਾਂ ਮੈਂ ਗੱਲ ਤਾਂ ਕਹਿ ਰਿਹਾ ਕਿ ਜਿਹੜਾ ਮਹਿਲਾ ਔਰ ਮਹੱਲਾ ਉਚਾਰਨ ਵਿੱਚ ਜੇ ਤੇ ਮਹੱਲਾ ਪੜ੍ਹਨੇ ਆ ਤੇ ਉਹ ਸੰਸਕ੍ਰਿਤ ਦਾ ਹੈ ਤੇ ਮਹੱਲਾ ਹੈ ਫਾਰਸੀ ਦਾ। ਤਾਂ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂਆਂ ਨੇ ਬਾਣੀ ਦੇ ਵਿੱਚ ਵੀ ਵਿਤਕਰੇ ਨਹੀਂ ਕੀਤੇ। ਸੰਸਕ੍ਰਿਤ ਭਾਸ਼ਾ ਨੂੰ ਵੀ ਮਾਨ ਦਿੱਤਾ ਹੈ, ਅਰਬੀ ਭਾਸ਼ਾ ਨੂੰ ਵੀ ਮਾਨ ਦਿੱਤਾ ਹੈ, ਭੋਜਪੁਰੀ ਨੂੰ ਵੀ ਦਿੱਤਾ ਹੈ, ਫਾਰਸੀ ਨੂੰ ਵੀ ਦਿੱਤਾ ਹੈ, ਮਰਾਠੀ ਭਾਸ਼ਾ ਵੀ ਹੈ, ਸਿੰਧੀ ਭਾਸ਼ਾ ਵੀ ਹੈ, ਸਾਰੀਆਂ ਭਾਸ਼ਾਵਾਂ ਵਿੱਚ ਨੇ। ਤਾਂ ਉਸ ਵੇਲੇ ਫਿਰ ਜਦੋਂ ਗਿਆਨ ਨਹੀਂ ਸੀ, ਜੋ ਬੁੱਧੀਜੀਵਾਂ ਨੇ ਇਸ ਨੂੰ ਪੜ੍ਹਿਆ। ਮਹੱਲੇ ਦਾ ਮਤਲਬ ਹੁੰਦਾ ਹੈ ਅਸਥਾਨ, ਟਿਕਾਣਾ, ਘਰ। ਮਹੱਲਾ ਕਿਹੜਾ? ਸਰੀਰ। ਭਾਵ ਕਿ ਰਾਗ ਆਸਾ ਮਹੱਲਾ ਪਹਿਲਾ। ਮਹੱਲਾ ਮੀਨਸ ਟਿਕਾਣਾ। ਜੇ ਮਹਿਲਾ ਕਵਾਂਗੇ ਤੇ ਉਹ ਔਰਤ ਵਾਸਤੇ ਆ ਜਾਏਗਾ, ਉਹ ਇਸਤਰੀ ਲਿੰਗ ਹੈ। ਫਿਰ ਇਹਦਾ ਮਤਲਬ ਇਹ ਹੋ ਗਿਆ, ਫਿਰ ਮਹਾਰਾਜ ਲਿਖਦੇ ਰਾਗ ਆਸਾ ਮਹਿਲਾ ਪਹਿਲੀ, ਰਾਗ ਆਸਾ ਮਹਿਲਾ ਦੂਜੀ, ਉਹ ਇਸਤਰੀ ਲਿੰਗ ਹੁੰਦਾ ਮਹਿਲਾ। ਤਾਂ ਮਹਾਰਾਜ ਇੱਥੇ ਮਹੱਲਾ ਕਹਿ ਰਹੇ ਨੇ। ਮਹੱਲਾ ਭਾਵ ਕਿ ਸਰੀਰ, ਟਿਕਾਣਾ, ਅਸਥਾਨ, ਆਸਣ। ਤਾਂ ਮਹਾਰਾਜ ਕਹਿੰਦੇ ਰਾਗ ਆਸਾ ਮਹੱਲਾ ਪਹਿਲਾ। ਹੁਣ ਅਸੀਂ ਮਹਿਲਾ ਨਹੀਂ ਪੜ੍ਹਨਾ ਕਰਨਾ, ਮਹੱਲਾ ਪਹਿਲਾ। ਕਾਫੀ ਲੰਬੇਰੇ ਸਮੇਂ ਤੋਂ ਮਹੱਲਾ ਹੀ ਉਚਾਰਨ ਹੋ ਰਿਹਾ ਹੈ। ਤਾਂ ਮਹਾਰਾਜ ਅੱਜ ਇਸ ਸ਼ਬਦ ਵਿੱਚ ਮਹਾਰਾਜ ਪਤਾ ਇਹ ਕਹਿਣਾ ਚਾਹੁੰਦੇ ਨੇ ਕਿ ਪਰਮਾਤਮਾ ਅਨੇਕਤਾ ਦੇ ਵਿੱਚ ਇੱਕ ਹੀ ਹੈ। ਬਹੁਤ ਪੁਰਾਤਨ ਗੱਲ ਹੈ, ਮੈਨੂੰ ਯਾਦ ਹੈ 20-25 ਸਾਲ ਹੋ ਗਏ ਨੇ। ਕਿਸੇ ਨੇ ਦਾਸ ਨੂੰ ਕਿਹਾ ਸੀ ਕਿ ਬਾਣੀ ਤੇ ਪੜ੍ਹਨੇ ਆ, ਪਰ ਜਦੋਂ ਰਾਤ ਨੂੰ ਸੁਹੇਲਾ ਪੜ੍ਹਨੇ ਆ ਨਾ, ਉਸ ਟਾਈਮ ਇਹ ਜ਼ਿਆਦਾ ਟੀਕਾ, ਇਸ ਤਰ੍ਹਾਂ ਦੀਆਂ ਅਰਥ ਵਾਲੇ
ਇੰਨੇ ਐਪ ਵਗੈਰਾ ਕੁਛ ਨਹੀਂ ਹੁੰਦੇ ਸਨ। ਤੇ ਉਸ ਵੇਲੇ ਕਿਸੇ ਵੀਰ ਨੇ ਗੱਲ ਕੀਤੀ ਕਿ ਵੀਰ ਜੀ ਇਸ ਗੱਲ ਦੀ ਸਮਝ ਨਹੀਂ ਆਉਂਦੀ, 6 ਘਰ 6 ਗੁਰ 6 ਉਪਦੇਸ਼ ਕੀ ਹੈ। ਉਸ ਵੇਲੇ ਜਿਤਨੀ ਕੁ ਸੋਝੀ ਸੀ ਮਹਾਰਾਜ ਵੱਲੋਂ ਤੇ ਸਟੱਡੀ ਕਰਕੇ ਉਸ ਵੀਰ ਨਾਲ ਅਸੀਂ ਸਾਂਝ ਕੀਤੀ। ਤਾਂ ਗੁਰੂ ਸਾਹਿਬ ਅੱਜ ਕੀ ਕਹਿ ਰਹੇ ਨੇ, 6 ਘਰ ਇਸ ਤਰ੍ਹਾਂ ਪੜ੍ਹਨਾ ਹੈ, 6 ਘਰ 6 ਗੁਰ 6 ਉਪਦੇਸ਼। ਸਨਾਤਨੀ ਧਰਮ ਦੇ ਅੰਦਰ 6 ਘਰ, 6 ਘਰ ਤੋਂ ਮਤਲਬ 6 ਸ਼ਾਸਤਰ, ਉਹਨਾਂ ਦੇ 6 ਸ਼ਾਸਤਰ ਨੇ, 6 ਗੁਰ। ਜੇ ਸ਼ਾਸਤਰ 6 ਹੋਣਗੇ, ਉਹਨਾਂ ਦੇ ਰਚੇਤਾ ਕਹਿ ਲਓ, ਰਚਨਕਾਰ ਕਹਿ ਲਓ, ਉਹਨਾਂ ਨੂੰ ਉਹਨਾਂ ਦੇ ਗੁਰੂ ਕਹਿ ਲਓ, ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਕਹਿ ਲਓ ਕਿ ਇਹਨਾਂ ਸ਼ਾਸਤਰਾਂ ਨੂੰ ਲਿਖਣ ਵਾਲਾ ਕਰਤਾ ਕਹਿ ਲਓ। 6 ਹੀ ਹੋਣਗੇ ਫਿਰ, 6 ਸ਼ਾਸਤਰ ਨੇ, 6 ਹੀ ਉਹਨਾਂ ਦੇ ਗੁਰੂ ਨੇ। ਤੇ ਉਹਨਾਂ ਦੇ ਜਿਹੜੇ ਉਪਦੇਸ਼ ਨੇ, ਉਹਨਾਂ ਦਾ ਮੈਸੇਜ ਹੈ, ਉਹਨਾਂ ਦੇ ਅਰਥ ਨੇ, ਭਾਵ ਕਿ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੀ ਸਿੱਖਿਆ ਕਹਿ ਲਓ, ਸਿਧਾਂਤ ਕਹਿ ਲਓ, ਉਹ ਵੀ 6 ਹੀ ਨੇ। ਪਰ ਮਹਾਰਾਜ ਕਹਿੰਦੇ ਨੇ ਗੁਰ ਗੁਰ ਏਕੋ ਵੇਸ ਅਨੇਕ। ਉਹਨਾਂ ਦਾ ਗੁਰੂਆਂ ਦਾ ਗੁਰੂ ਉਹ ਇੱਕ ਪਰਮਾਤਮਾ ਹੀ ਹੈ, ਵੇਸ ਉਹਦੇ ਭਾਵੇਂ ਅਨੇਕ ਨੇ। ਫਿਰ ਸਮਝੋ ਧਿਆਨ ਨਾਲ, ਸਨਾਤਨ ਧਰਮ ਦੇ ਅੰਦਰ 6 ਸ਼ਾਸਤਰ ਨੇ, ਉਹ ਸ਼ਾਸਤਰਾਂ ਦੇ 6 ਗੁਰੂ ਨੇ, ਤੇ 6 ਗੁਰੂਆਂ ਦੇ 6 ਸਿਧਾਂਤ ਵੀ ਨੇ, ਵੱਖਰੇ ਵੱਖਰੇ ਸਿਧਾਂਤ ਨੇ। 6 ਸਿਧਾਂਤ, 6 ਗੁਰੂ ਤੇ 6 ਹੀ ਸ਼ਾਸਤਰ ਨੇ। ਤੇ ਉਹ ਸ਼ਾਸਤਰ ਕਿਹੜੇ ਨੇ? ਗੁਰੂ ਸਾਹਿਬ ਕਹਿੰਦੇ ਨੇ ਉਹ ਸ਼ਾਸਤਰ ਨੇ ਜਿਹੜੇ ਸਾਂਖ, ਨਿਆਏ, ਵੈਸ਼ੇਸ਼ਿਕ, ਯੋਗ, ਮੀਮਾਂਸਾ ਤੇ ਵੇਦਾਂਤ। ਬੜੇ ਧਿਆਨ ਨਾਲ ਸਰਵਨ ਕਰਨਾ, ਕਿਉਂਕਿ ਜੇ ਮੈਂ ਬਿਨਾਂ ਇਹਨਾਂ ਦੀ ਵਿਚਾਰ ਕੀਤੇ ਅੱਗੇ ਨਿਕਲ ਗਿਆ ਤੇ ਮੈਂ ਵੀ ਗੁਰੂ ਦਾ ਦੇਣਦਾਰ ਹੋਵਾਂਗਾ। ਤੇ ਜੇ ਤੁਸੀਂ ਧਿਆਨ ਨਾਲ ਸਰਵਨ ਨਹੀਂ ਕੀਤਾ ਤੇ ਇਹਦੇ ਵਿੱਚ ਭਾਗੀਦਾਰੀ ਤੁਹਾਡੀ ਵੀ ਹੋਏਗੀ। ਸਮਝ ਆ ਜਾਣੀ ਚਾਹੀਦੀ ਹੈ। ਦੇਖੋ ਹੁਣ 6 ਸਿਧਾਂਤ ਨੇ, ਇੱਕ ਦਾ ਦੂਜੇ ਨਾਲ ਨਹੀਂ ਮਿਲਦਾ, ਦੂਜੇ ਦਾ ਤੀਜੇ ਨਾਲ ਨਹੀਂ ਮਿਲਦਾ, ਤੇ ਤੀਜੇ ਸ਼ਾਸਤਰ ਦਾ ਚੌਥੇ ਨਾਲ ਨਹੀਂ ਮਿਲਦਾ। ਜਿਸ ਤਰ੍ਹਾਂ ਸਾਂਖ, ਇਹਦਾ ਰਚੇਤਾ ਆਚਾਰੇ ਜਿਹੜੇ ਨੇ ਉਹ ਕਪਲ ਮੁਨੀ ਜੀ ਨੇ, ਜਿਹੜੇ ਭਾਰਤ ਵਾਸੀਆਂ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਵੀ ਹੋਇਆ ਔਰ ਹੋ ਵੀ ਰਿਹਾ। ਉਹ ਏਕੋ ਬ੍ਰਹਮ ਦੁਤੀਆ ਨਾਸ ਦੀ ਵਿਚਾਰ ਕਰਦੇ ਨੇ, ਉਹ ਬ੍ਰਹਮ ਦੀ ਵਿਚਾਰ ਕਰਦੇ ਨੇ। ਦੇਖੋ 6 ਸ਼ਾਸਤਰ ਗੱਲ ਸਾਰੇ ਚੰਗੀ ਕਰਦੇ ਨੇ, ਸਭ ਇੱਕ ਰੱਬ ਦੀ ਗੱਲ ਕਰਦੇ ਨੇ, ਸਭ ਰੱਬ ਦੀ ਗੱਲਾਂ ਹੀ ਕਰਦੇ ਨੇ। ਦੇਖੋ ਨਦੀਆਂ ਵੱਖਰੀਆਂ ਵੱਖਰੀਆਂ ਆਉਂਦੀਆਂ ਨੇ ਨਾ, ਪਰ ਜਾਂਦੀਆਂ ਸਮੁੰਦਰ ਵਿੱਚ ਹੀ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਉਹਨਾਂ ਦਾ ਸਾਂਖ ਹੈ, ਜਿਹੜਾ ਸ਼ਾਸਤਰ ਹੈ, ਉਹ ਸ਼ਾਸਤਰ ਬ੍ਰਹਮ ਦੀ ਗੱਲ ਕਰਦਾ ਹੈ, ਇੱਕੋ ਬ੍ਰਹਮ ਦੀ। ਉਹਦਾ ਰਚੇਤਾ ਕਪਲ ਮੁਨੀ ਜੀ ਨੇ। ਨਿਆਏ, ਨਿਆਏ ਇੱਕ ਸ਼ਾਸਤਰ ਹੈ ਜਿਹਦਾ ਗੌਤਮ ਰਿਖੀ, ਗੌਤਮ ਬੁੱਧ ਨਹੀਂ, ਉਹਨੇ ਤੇ ਦੰਪਤ ਆਪਣਾ ਗ੍ਰੰਥ ਲਿਖਿਆ ਸੀ, ਪਰ ਇਹ ਜਿਹੜਾ ਗੌਤਮ ਰਿਖੀ ਹੋਏ ਨੇ, ਇਹ ਸ਼ਾਸਤਰ ਦੇ ਰਚੇਤਾ ਹੋਏ ਨੇ। ਜਿਨ੍ਹਾਂ ਨੇ ਸ਼ਾਸਤਰ ਲਿਖਿਆ ਹੈ ਉਹ ਇਹਦੇ ਵਿੱਚ ਕਰਤੇ ਨੂੰ ਸੁਤੰਤਰਤ ਨਹੀਂ ਮੰਨਿਆ ਉਹਨਾਂ ਨੇ, ਇਹਨਾਂ ਦੇ ਵੀ ਬੜੇ ਅਨੁਯਾਈ ਹੁੰਦੇ ਨੇ। ਤੀਜਾ ਹੈ ਵਿਸ਼ੇਸ਼ਿਕ, ਇਹਦਾ ਕਣਾਦ, ਇਹਦੇ ਜਿਹੜੇ ਗੁਰੂ ਹੋਏ ਨੇ, ਰਚੇਤਾ ਹੋਏ ਨੇ, ਕਣਾਦ ਹੋਏ ਨੇ। ਇਹਦਾ ਨਾਮ ਕਣਾਦ ਤਾਂ ਪਿਆ ਸੀ ਕਿ ਇਹ ਜੰਗਲਾਂ ਵਿੱਚ ਹੀ ਰਹਿਣਾ, ਕਦੀ ਸ਼ਹਿਰਾਂ ਕਸਬਿਆਂ ਵਿੱਚ ਨਹੀਂ ਜਾਂਦੇ ਸਨ, ਇਹ ਜਿਹੜੇ ਕਣਾਦ ਰਿਖੀ ਹੋਏ ਨੇ। ਔਰ ਕਣ ਖਾ ਕੇ ਹੀ ਆਪਣੇ ਜੀਵਨ ਦਾ ਨਿਰਵਾਹ ਕਰਦੇ ਸੀ, ਕਣਾਦ ਰਿਖੀ ਨਾਮ ਪੈ ਗਿਆ। ਤੇ ਉਹ ਭੋਜ ਪੱਤਰ ਇਕੱਠੇ ਕਰ ਕਰਕੇ ਨਾ, ਜੰਗਲਾਂ ਤੋਂ ਸੁੱਕੇ ਕਰਕੇ ਉਹਨਾਂ ਨੂੰ
ਉਹਦੇ ਉੱਤੇ ਆਪਣੇ ਉਸ ਧਾਰਮਿਕ ਵਿਚਾਰਾਂ ਨੂੰ ਲਿਖਦੇ ਸਨ, ਜਿਹਦਾ ਨਾਮ ਉਹਨਾਂ ਨੇ ਗ੍ਰੰਥ ਬਣਿਆ ਬਾਅਦ ਵਿੱਚੋਂ, ਜਿਹਦਾ ਨਾਮ ਪੈ ਗਿਆ ਵੈਸ਼ੇਸ਼ਿਕ। ਇਹ ਤੀਜਾ ਗ੍ਰੰਥ ਹੈ, ਵਿਸ਼ੇਸ਼ਿਕ ਗ੍ਰੰਥ। ਚੌਥਾ ਗ੍ਰੰਥ ਹੈ ਯੋਗ ਗ੍ਰੰਥ, ਜਿਹਦੇ ਰਚੇਤਾ ਪਤੰਜਲੀ, ਜਿਹਦੇ ਵਿੱਚ ਖਾਲੀ ਯੋਗ ਦੀ ਗੱਲ ਹੁੰਦੀ ਹੈ, ਪਤੰਜਲੀ ਦੀ। ਇਹ ਚੌਥਾ ਸ਼ਾਸਤਰ ਹੈ। ਉਹ ਸਿਮਰਨ ਨੂੰ, ਕੀਰਤਨ ਨੂੰ, ਬਚਨਾਂ ਨੂੰ, ਕਥਾ ਨੂੰ ਨਹੀਂ ਮੰਨਦੇ। ਉਹ ਕਹਿੰਦੇ ਜੇ ਮਨ ਦੀ ਮੈਲ ਹੈ ਨਾ, ਤੇ ਪ੍ਰਣਾਮ ਕਰਕੇ, ਯੋਗ ਕਰਕੇ, ਸਵਾਸ ਰੋਕ ਕੇ, ਮਨ ਦੀ ਜਿਹੜੀ ਮੈਲ ਹੈ ਸਵਾਸ ਰੋਕ ਲਓ, ਸਮਾਂ ਪਾ ਕੇ ਉਹ ਆਪਣੇ ਆਪ ਹੀ ਮੈਲ ਮੁੱਕ ਜਾਂਦੀ ਹੈ। ਤੇ ਜਿਹੜਾ ਮੀਮਾਂਸਾ ਚੌਥਾ ਹੈ, ਪੰਜਵਾਂ ਸ਼ਾਸਤਰ, ਉਹ ਜੈਮਨੀ ਰਿਖੀ ਦਾ ਹੈ, ਜੋ ਉਸ ਦੇ ਵੀ ਚੇਲੇ ਬਹੁਤ ਹੋਏ ਨੇ। ਤੇ ਛੇਵਾਂ ਵੇਦਾਂਤ, ਉਹ ਵਿਆਸ ਰਿਖੀ ਦਾ ਹੈ, ਜੋ ਸਿਮਰਨ ਔਰ ਕੀਰਤਨ ਤੇ ਬੜਾ ਜ਼ੋਰ ਦਿੱਤਾ ਹੈ। ਹੁਣ ਦੇਖੋ 6 ਸ਼ਾਸਤਰ ਨੇ, ਪਰ ਇਹਨਾਂ ਨੇ ਹਿੰਦੂ ਸਮਾਜ ਵਿੱਚ ਵੰਡ ਕਰ ਦਿੱਤੀ। ਕੋਈ ਯੋਗੀ ਨੇ, ਕੋਈ ਬਿਰਾਗੀ ਹੈ, ਕੋਈ ਸੰਨਿਆਸੀ ਹੈ, ਕੋਈ ਜਟਾਧਾਰੀ ਹੈ, ਕੋਈ ਨਗਨ ਰਹਿਣ ਵਾਲੇ ਨੇ। ਇੱਕ ਦਾ ਖਿਆਲ ਦੂਜੇ ਨਾਲ ਨਹੀਂ ਮਿਲਦਾ, ਦੂਜੇ ਦਾ ਉਹਦੇ ਨਾਲ ਨਹੀਂ ਮਿਲਦਾ, ਪਰ ਗੱਲਾਂ ਸਾਰੇ ਰੱਬ ਦੀਆਂ ਕਰਦੇ ਨੇ। 6 ਘਰ, 6 ਗੁਰ, 6 ਉਪਦੇਸ਼, ਗੁਰ ਗੁਰ ਏਕੋ ਵੇਸ ਏਕ। ਇਹਨਾਂ ਦਾ ਗੁਰੂਆਂ ਦਾ ਗੁਰੂ ਰੱਬ ਹੀ ਹੈ ਸਭ ਦਾ, ਔਰ ਇਹ ਰੱਬ ਦੇ ਅਨੇਕਤਾ ਵਿੱਚ ਰੱਬ ਇੱਕ ਹੀ ਹੈ। ਸਭ ਦੇ ਰਸਤੇ ਵੱਖਰੇ ਵੱਖਰੇ ਨੇ। ਜਿਹੜਾ ਪ੍ਰਣਾਮ ਕਰਦਾ ਹੈ ਉਹਨੂੰ ਸਿਮਰਨ ਅੱਛਾ ਨਹੀਂ ਲੱਗਦਾ, ਉਹ ਕਹਿੰਦਾ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦਾ। ਜਿਹੜਾ ਸਿਮਰਨ ਕਰਦਾ ਹੈ ਉਹ ਸੰਨਿਆਸ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ। ਹੁਣ ਦੇਖੋ ਕਈ ਸੰਨਿਆਸੀ ਨੇ, ਕੋਈ ਜੋਗੀ ਨੇ, ਕੋਈ ਸਿੱਧ ਬਣ ਗਏ, ਇਹ ਵੱਖਰੇ ਵੱਖਰੇ ਵੰਡੇ ਗਏ। ਮੈਂ ਇੱਕ ਜਗ੍ਹਾ ਤੇ, ਬੜੀ ਪੁਰਾਣੀ ਗੱਲ ਹੈ, ਵਾਰਾਣਸੀ ਵਿੱਚ ਇੱਕ ਵਾਰੀ ਬਹੁਤ ਵੱਡਾ ਇਕੱਠ ਸੀ, ਤੇ ਜਿਹਦੇ ਵਿੱਚ ਜਿਸ ਤਰ੍ਹਾਂ ਅਸੀਂ ਨਗਰ ਕੀਰਤਨ ਕਹਿੰਦੇ ਹਾਂ, ਇਹਨਾਂ ਦੀ ਮੰਡਲੀਆਂ ਨਿਕਲ ਰਹੀਆਂ ਸਨ। ਜਿਹੜੇ ਨਾਂਗੇ ਸਨ ਤੇ ਜਿਹੜੇ ਸੰਨਿਆਸੀ ਸਨ, ਫਿਰ ਬਿਰਾਗੀ ਵੀ ਸਨ, ਤਿਆਗੀ ਵੀ ਸਨ, ਇਹਨਾਂ ਨੂੰ ਗੈਪ ਕਰਕੇ ਭੇਜਿਆ ਜਾਂਦਾ ਸੀ, ਕਿਉਂਕਿ ਇਹ ਆਪਸ ਵਿੱਚ ਵੀ ਕਈ ਵਾਰੀ ਲੜ ਪੈਂਦੇ ਸਨ। ਨਾਂਗੇ ਸੰਨਿਆਸੀਆਂ ਨਾਲ ਤੇ ਸੰਨਿਆਸੀ ਤਿਆਗੀਆਂ ਨਾਲ, ਤਿਆਗੀ ਪ੍ਰਣਾਮ ਕਰਨ ਵਾਲੇ, ਇਹਨਾਂ ਦਾ ਤਾਲਮੇਲ ਨਹੀਂ ਹੈ। ਅਨੇਕ ਵੇਸ ਨੇ ਰੱਬ ਤੇਰੇ, ਪਰ ਮਹਾਰਾਜ ਕਹਿੰਦੇ ਨੇ ਚੰਗੀ ਗੱਲ ਏ, ਵੱਖਰੇ ਵੱਖਰੇ ਨੇ, ਪਰ ਦੇਖੋ ਹੁਣ ਕੋਈ ਵੀ ਗੁਰੂ ਬਣੇਗਾ, ਉਹਦੀ ਜਿਹੜੀ ਨੇਚਰ ਹੋਏਗੀ ਉਹੀ ਹੀ ਗ੍ਰੰਥ ਤਿਆਰ ਕਰੇਗਾ ਨਾ। ਗ੍ਰੰਥ ਤਿਆਰ ਕਰਨਾ ਮਾੜੀ ਗੱਲ ਨਹੀਂ, ਪਰ ਗ੍ਰੰਥ ਤਿਆਰ ਕਰਕੇ ਇੱਕ ਸ਼ਾਸਤਰ ਦੂਜੇ ਦਾ ਖੰਡਨ ਕਰਦਾ ਹੈ, ਉਹ ਗਲਤ ਹੈ। ਫਿਰ ਧਿਆਨ ਦੇਣਾ। ਜਿਹੜਾ ਯੋਗ ਸ਼ਾਸਤਰ ਹੈ ਉਹ ਵਿਸ਼ਾਂਸ਼ਿਕ ਦੀ ਖੰਡਨ ਕਰਦਾ ਹੈ, ਤੇ ਜਿਹੜਾ ਵਿਸ਼ਾਸ਼ਿਕ ਹੈ ਉਹ ਸਾਂਖ ਦੀ ਕਰਦਾ ਹੈ। ਤੇ ਖੰਡਨ ਮੰਡਨ ਕਰਨਾ ਇਹ ਰੱਬ ਦੀ ਪ੍ਰਾਪਤੀ ਨਹੀਂ ਹੈ। ਪਰ ਗੁਰੂ ਪਾਤਸ਼ਾਹ ਦੀ ਵੇਖੋ ਵਡਿਆਈ, ਗੁਰੂ ਸਾਹਿਬ ਨੇ ਆਪਣੀ ਬਾਣੀ ਹੀ ਇੱਕ ਤੋਂ ਆਰੰਭ ਕੀਤੀ ਹੈ। ਇਹ 5-6 ਭਰਮ ਹੀ ਕੱਢ ਦਿੱਤੇ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਜਦੋਂ ਸਿੱਖ ਗੁਰਦੁਆਰਿਆਂ ਵਿੱਚ ਜਾਂ ਕਿੱਥੇ ਲੜਦੇ ਹੁੰਦੇ ਨੇ, ਤੇ ਉਹ ਇਹੀ ਗੱਲ ਹੈ, ਗੁਰੂ ਸਾਹਿਬ ਨੇ ਤੇ ਏਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਥੇ ਕੀ ਹੈ? 6 ਘਰ, 6 ਗੁਰ ਤੇ 6 ਉਪਦੇਸ਼। ਹੁਣ ਬੰਦਾ ਤੇ ਇਹ ਸੋਚਦਾ ਮੈਂ ਜਾਵਾਂ ਕਿਹੜੀ ਸਾਈਡ, ਮੈਂ ਸੰਨਿਆਸੀ ਬਣਾ,
ਜਾਂ ਮੈਂ ਨਾਂਗੇ ਸਾਧੂਆਂ ਦੇ ਨਾਲ ਰਵਾਂ ਜਾਂ ਤਿਆਗੀ ਬਣਾ। ਕੰਮ ਸਾਰੇ ਚੰਗਾ ਕਰ ਰਹੇ ਨੇ। ਮਹਾਰਾਜ ਕਹਿੰਦੇ ਨੇ 6 ਘਰ 6 ਗੁਰ 6 ਉਪਦੇਸ਼, ਇਹਨਾਂ ਦੇ 6 ਹੀ ਉਪਦੇਸ਼ ਨੇ, ਵੱਖਰੇ ਵੱਖਰੇ ਉਪਦੇਸ਼ ਨੇ, ਔਰ ਹਰ ਇੱਕ ਦੇ ਨਾਲ ਬਹੁਤ ਹੀ ਅਨੁਯਾਈ ਕਹਿ ਲਓ, ਸੇਵਕ ਕਹਿ ਲਓ, ਇੱਕ ਨਵਾਂ, ਸਭ ਦੇ ਆਪਣੇ ਆਪਣੇ ਮਤ ਨੇ ਉਸ ਮਤ ਨੂੰ। ਪਰ ਚੰਗੀ ਗੱਲ ਹੈ। ਦੇਖੋ ਮੈਂ ਪਹਿਲਾਂ ਕਿਹਾ ਨਦੀਆਂ ਵੀ ਵੱਖਰੀਆਂ ਵੱਖਰੀਆਂ ਜਗ੍ਹਾ ਤੋਂ ਚੱਲ ਕੇ ਆਉਂਦੀਆਂ ਨੇ, ਕੋਈ ਕਿੱਥੋਂ ਆ ਰਹੀ ਹੈ, ਕੋਈ ਕਿੱਥੋਂ ਆ ਰਹੀ ਹੈ, ਪਰ ਉਹਦਾ ਪ੍ਰਯੋਜਨ ਕਹਿ ਲਓ, ਉਹਦਾ ਟਾਰਗੇਟ ਕਹਿ ਲਓ, ਉਹਨਾਂ ਦੀ ਮੰਜ਼ਿਲ ਕਹਿ ਲਓ, ਉਹ ਸਮੁੰਦਰ ਹੀ ਹੈ। ਪਰ ਕਿਸੇ ਨਦੀ ਨੂੰ ਦੂਜੇ ਨਦੀ ਨੂੰ ਨਿੰਦਣਾ, ਇਹ ਪਰਮਾਤਮਾ ਤੱਕ ਫਿਰ ਪਹੁੰਚ ਨਹੀਂ ਆਉਂਦੀ। ਇਹ ਨਹੀਂ ਕਿ ਪਤੰਜਲੀ ਦੇ ਯੋਗ ਵਾਲੇ ਨੇ ਰੱਬ ਨੂੰ ਨਹੀਂ ਪਾਇਆ। ਇਹ ਨਹੀਂ ਕਿ ਸਾਂਖ ਦੇ ਰਚੇਤਾ ਨੇ ਰੱਬ ਨੂੰ ਨਹੀਂ ਪਾਇਆ। ਇਹ ਵੀ ਰਸਤੇ ਨੇ। ਪਰ ਗੁਰੂ ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਐਸੇ ਬਿਖਮ ਰਸਤਿਆਂ ਵਿੱਚੋਂ ਨਹੀਂ ਲਿਜਾਣਾ ਚਾਹੁੰਦਾ। ਮੈਂ ਤੇ ਬੜਾ ਸੌਖਾ ਮਾਰਗ ਉਸ ਪਰਮਾਤਮਾ ਦਾ ਇੱਕ ਦੇ ਨਾਲ ਜੋੜਨਾ ਚਾਹੁੰਦਾ ਵਾਂ। ਮੈਂ ਤੁਹਾਨੂੰ ਘਰ-ਬਾਰ ਛੱਡਣ ਵਾਸਤੇ ਨਹੀਂ ਕਹਿ ਰਿਹਾ, ਤੁਹਾਨੂੰ ਦੁਨੀਆ ਦੀਆਂ ਫਾਰਮੈਲਿਟੀਆਂ ਨਹੀਂ ਛੱਡਣ ਵਾਸਤੇ, ਰਿਸਪੌਂਸਿਬਿਲਟੀ ਛੱਡਣ ਵਾਸਤੇ ਨਹੀਂ ਕਹਿ ਰਿਹਾ। ਤੁਹਾਨੂੰ ਮੈਂ ਕੋਈ ਸਵਾਸ ਚੜ੍ਹਾ ਕੇ ਤੇ ਮੈਂ ਉਸ ਤਰ੍ਹਾਂ ਦੇ ਕੋਈ ਕਠਨ ਆਸ਼ਿਤ ਸਰੀਰ ਨੂੰ ਕਸ਼ਟ ਦੇ ਕੇ ਮੈਂ ਰੱਬ ਕੋਲੋਂ ਨਹੀਂ ਤੁਹਾਨੂੰ ਪਹੁੰਚਾਉਣਾ ਚਾਹੁੰਦਾ। ਇਹੀ ਤੇ ਕਾਰਨ ਸੀ ਸੋਚੇ ਸੋਚ ਨਾ ਹੋਵਈ, ਜੇ ਸੋਚੀ ਲਖਵਾਰ, ਚੁੱਪੇ ਚੁੱਪ ਨਾ ਹੋਵਈ। ਇਹ 4 ਤਰ੍ਹਾਂ ਦੇ ਫਿਰਕੇ ਵੀ ਸਨ। ਕੋਈ ਇਸ਼ਨਾਨ ਤੇ ਜ਼ੋਰ ਦੇ ਰਿਹਾ, ਕੋਈ ਚੁੱਪ ਰਹਿ ਕੇ ਕਿਸੇ ਨੇ ਮੂੰਹ ਤੇ ਪੱਟੀ ਬੰਨ ਲਈ, ਕੋਈ ਪਦਾਰਥ ਇਕੱਠੇ ਕਰਨ ਤੇ ਰਹਿ ਗਿਆ ਕਿ ਇੱਕ ਦਿਨ ਇਕੱਠੇ ਹੋ ਗਏ ਸਾਰੇ ਪਦਾਰਥ ਮੇਰੇ ਕੋਲ ਹੋ ਗਏ, ਮੇਰੀ ਭੁੱਖ ਮਿਟ ਜਾਏਗੀ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਮਹਾਰਾਜ ਕਹਿੰਦੇ ਸਾਰਾ ਇਕੱਠਾ ਕਰ ਲੈ, ਦੁਨੀਆ ਦੀਆਂ ਸਾਰੀਆਂ ਮਾਇਆ ਇਕੱਠੀ ਕਰ ਲੈ, ਪਰ ਤੇਰੀ ਭੁੱਖ ਨਹੀਂ ਉਤਰਨੀ। ਸਹਿ ਸਿਆਣਪਾ ਲੱਖ ਹੋਵੈ ਤਾਂ ਇੱਕ ਨਾ ਚੱਲੇ ਨਾਲ। ਸਿਆਣਪਾਂ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਨੇ। ਇਹ 4 ਤਰ੍ਹਾਂ ਦੇ ਫਿਰਕੇ ਸਨ। ਕੋਈ ਤੀਰਥਾਂ ਤੇ ਜ਼ੋਰ ਦੇ ਰਿਹਾ ਸੀ, ਕੋਈ ਪਦਾਰਥ ਇਕੱਠੇ ਕਰ ਰਿਹਾ ਸੀ, ਕੋਈ ਸਿਆਣਪਾਂ ਕਰ ਰਿਹਾ ਸੀ। ਗੁਰੂ ਸਾਹਿਬ ਕਹਿੰਦੇ ਨੇ ਇਹ ਸਾਰਿਆਂ ਨੂੰ ਇਕੱਠਿਆਂ ਕਰਕੇ ਮਹਾਰਾਜ ਕਹਿੰਦੇ ਨੇ ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਪਾਲ ਹੁੰਦੀ ਦੀਵਾਰ। ਕਿਸ ਤਰ੍ਹਾਂ ਸਚਿਆਰ ਬਣਨ ਵਾਸਤੇ ਰੱਬ ਔਰ ਸਾਡੇ ਵਿੱਚ ਇਹ ਦੀਵਾਰਾਂ ਨੇ। ਦੇਖੋ ਮੈਂ ਤੁਹਾਡੇ ਕੋਲ ਆਉਣਾ ਜਾਂ ਤੁਸੀਂ ਮੇਰੇ ਕੋਲ ਆਉਣਾ, ਜੇ ਸਾਨੂੰ ਸਿੱਧਾ ਹੀ 20-22-25 ਕਿਲੋਮੀਟਰ ਦਾ ਰਸਤਾ ਮਿਲਦਾ ਪਿਆ ਹੈ ਤੇ ਅਸੀਂ ਜ਼ਰੂਰ 40-50 ਕਿਲੋਮੀਟਰ ਟੁੱਟੇ ਭੱਜੇ ਰਸਤੇ ਤੋਂ ਆਉਣਾ ਹੈ। ਸਮਾਂ ਵੀ ਲੱਗੇਗਾ। ਪਹੁੰਚੇ ਸਾਰੇ ਹੀ ਨੇ, ਇਹ ਨਹੀਂ ਕਹਿ ਰਹੇ ਸਾਰੇ ਪਹੁੰਚੇ ਨੇ, ਪਰ ਗਲਤੀ ਇਹ ਹੋ ਗਈ ਇੱਕ ਦੂਜੇ ਨੂੰ ਕੱਟ ਰਿਹਾ, ਦੂਜਾ ਤੀਜੇ ਨੂੰ ਕੱਟ ਰਿਹਾ। ਉਹ ਆਪਣੇ ਧਰਮ ਨੂੰ, ਆਪਣੀਆਂ ਸਿਧਾਂਤਾਂ ਨੂੰ, ਆਪਣੇ ਵਿਚਾਰਾਂ ਨੂੰ ਸਹੀ ਦੱਸ ਰਿਹਾ ਤੇ ਦੂਜੇ ਨੂੰ ਖੰਡਨ ਕਰ ਰਿਹਾ। ਗੁਰੂ ਸਾਹਿਬ ਕਹਿੰਦੇ ਨੇ ਮੈਂ ਸਿੱਖ ਵਾਸਤੇ ਇਹ ਵਜ੍ਹਾ ਕੋਈ ਵੀ ਕਾਰਜ ਨਹੀਂ ਕਰਨਾ, ਮੈਂ ਉਹਨੂੰ ਇੱਕ ਦੇ ਨਾਲ ਜੋੜ ਦੇਣਾ ਹੈ। ਉਸ ਹੁਕਮ ਦੇ ਵਿੱਚ ਰਹਿਣ ਦੀ ਮੈਂ ਜਾਚ ਸਿਖਾ ਦੇਣੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੋ ਮਹਾਰਾਜ ਇੱਥੇ ਕਹਿੰਦੇ ਨੇ 6 ਘਰ 6 ਸ਼ਾਸਤਰ ਨੇ, 6 ਗੁਰ, ਉਹਨਾਂ ਦੇ ਗੁਰੂ ਵੀ ਰਚੇਤਾ ਵੀ 6 ਹੀ ਨੇ, 6 ਉਪਦੇਸ਼, ਉਹਨਾਂ ਦੇ ਉਪਦੇਸ਼, ਉਹਨਾਂ ਦੇ ਮੈਸੇਜ ਕਹਿ ਲਓ, ਸਿਧਾਂਤ ਕਹਿ ਲਓ, ਉਹਨਾਂ ਦੇ ਮਤ ਕਹਿ ਲਓ, 6 ਹੀ ਨੇ। ਗੁਰ ਗੁਰ ਏਕੋ ਵੇਸ ਅਨੇਕ। ਇਹਨਾਂ ਸਾਰਿਆਂ ਦਾ, ਗੁਰੂਆਂ ਦਾ ਗੁਰੂ ਉਹ ਇੱਕ ਹੀ ਹੈ। ਇਹ ਸਭ ਰੱਬ ਦੀ ਲੀਲਾ ਹੈ। ਇਹਦੇ ਰੱਬ ਦੇ ਅਨੇਕ ਹੀ ਵੇਸ ਨੇ। ਕਿਸੇ ਦਾ ਵੇਸ ਕਿਸੇ ਦੇ ਨਾਲ ਨਹੀਂ ਮਿਲਦਾ। ਮਿਲਦਾ ਹੈ ਦੱਸੋ? ਰੱਬ ਅਨੇਕਤਾ ਦੇ ਵਿੱਚ ਵੀ ਇੱਕ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਕਮਾਲ ਦੀ ਗੱਲ, ਇਹ ਸਭ ਰਚੇਤਾ ਰੱਬ ਨੂੰ ਮੰਨਦੇ ਨੇ। ਰੱਬ ਦੀ ਇਹ ਸਾਰੀ ਅਨੇਕਤਾ ਰੱਬ ਦੀ ਹੈ, ਪਰ ਰੱਬ ਇੱਕ ਹੈ। ਤੁਮ ਉਹਦਾ ਵੇਸ ਅਨੇਕ ਨੇ। ਤੋ ਮਹਾਰਾਜ ਅੱਗੋਂ ਕਹਿੰਦੇ ਨੇ ਬਾਬਾ, ਦੇਖੋ ਸਾਨੂੰ ਕਿੰਨੇ ਪਿਆਰ ਵਿੱਚ ਕਹਿ ਰਹੇ ਨੇ ਬਾਬਾ, ਭਾਈ।
ਜੈ ਘਰ ਕਰਤੇ ਕੀਰਤ ਹੋਏ। ਉਸ ਕਰਤੇ ਦਾ ਜਿਹੜਾ ਘਰ ਕਿਹੜਾ, ਅਸੀਂ ਪਿੱਛੇ ਪੜ੍ਹੇ ਜੈ ਕਰ ਪੜ੍ਹਿਆ ਸੀ ਨਾ, ਰਾਗ ਗੋੜੀ ਦੀਪਕੀ ਮਹੱਲਾ ਪਹਿਲਾ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰ। ਉਹ ਕਿਹੜੇ ਘਰ ਦੀ ਗੱਲ ਹੋ ਰਹੀ ਹੈ? ਸਤ ਸੰਗਤ ਰੂਪੀ ਘਰ ਹੀ, ਜਿੱਥੇ ਤੁਸੀਂ ਬੈਠੇ ਹੋ, ਇਹ ਉਸ ਘਰ ਦੀ ਗੱਲ, ਉਸੇ ਘਰ ਦੀ ਗੱਲ ਹੁਣ ਕਰ ਰਹੇ ਨੇ ਮਹਾਰਾਜ। ਕਹਿੰਦੇ ਨੇ ਜੇ ਮੈਂ ਤੁਹਾਨੂੰ ਦੱਸਿਆ ਬਈ ਇਹ ਸ਼ਾਸਤਰ ਨੇ, ਇਹ ਨੇ ਉਹਨਾਂ ਦੇ ਗੁਰੂ ਨੇ, ਪਰ ਪਰਮਾਤਮਾ, ਉਹ ਸਭ ਪਰਮਾਤਮਾ ਨੂੰ ਮੰਨਦੇ ਨੇ। ਉਹ ਵੇਸ ਅਨੇਕ ਨੇ ਪਰ ਪਰਮਾਤਮਾ ਆਪ ਅਨੇਕਤਾ ਦੇ ਵਿੱਚ ਇੱਕ ਹੈ। ਪਰ ਕਰਨਾ ਕੀ ਹੈ ਬਾਬਾ? ਇਹ ਹੁਣ ਰਾਓ ਦਾ ਬੰਦ ਹੈ। ਇਹ ਮਹਾਰਾਜ ਸਾਨੂੰ ਕਹਿ ਰਹੇ ਨੇ ਰੁਕ ਕੇ, ਬਾਬਾ ਇਹ ਭਾਈ, ਕਿੰਨਾ ਸਤਿਕਾਰ। ਬਾਬਾ ਕਿਹਨੂੰ ਕਹਿੰਦੇ ਹੋ? ਕਿਸੇ ਬਜ਼ੁਰਗ ਨੂੰ, ਆਪਣੇ ਦਾਦੇ ਪੜਦਾਦੇ ਨੂੰ ਬਾਬਾ ਜੀ ਐਵੇਂ ਕਹੀਦਾ ਨਾ, ਵੱਡਿਆਂ ਨੂੰ ਜੋ ਬਜ਼ੁਰਗ ਨੇ। ਸਾਨੂੰ ਇੰਨਾ ਮਾਣ ਦੇ ਕੇ ਗੁਰੂ ਨਾਨਕ ਪਾਤਸ਼ਾਹ, ਇਹ ਨਿਮਰਤਾ ਹੈ ਉਹਨਾਂ ਦੀ। ਹੇ ਭਾਈ, ਹੇ ਬਾਬਾ, ਕੀ ਕਹਿੰਦੇ ਨੇ? ਬਾਬਾ ਜੈ ਘਰ ਕਰਤੇ ਕੀਰਤ ਹੋਏ। ਕਿਹੜੇ ਘਰ ਵਿੱਚ? ਜੈ ਘਰ, ਉਸ ਸਤ ਸੰਗਤ ਦੇ ਘਰ ਵਿੱਚ। ਕਰਤੇ ਕੀਰਤ ਹੋਏ, ਉਸ ਕਰਤੇ ਦੀ ਤੂੰ ਸਿਫਤਾਂ ਕਰ ਬੈਠ ਕੇ। ਇਹ ਜੋ ਅਸੀਂ ਕਰ ਰਹੇ ਹਾਂ ਨਾ, ਇਹ ਉਸ ਬਾਬੇ ਦੇ ਘਰ। ਬਾਬਾ ਜੀ ਸਾਨੂੰ ਕਹਿ ਰਹੇ ਨੇ ਭਾਈ ਜਨੋ, ਤੁਸੀਂ ਸਤ ਸੰਗਤ ਵਿੱਚ, ਦੇਖੋ ਗੱਲ ਹੀ ਮੁਕਾ ਦਿੱਤੀ। ਕੋਈ ਪੁੱਛਦਾ ਨਾ ਸਤ ਸੰਗਤ ਵਿੱਚ ਕਰਨਾ ਕੀ ਹੈ? ਗੁਰੂ ਸਾਹਿਬ ਇਹ ਕਹਿ ਰਹੇ ਨੇ, ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ। ਏਕੋ ਨਾਮ ਹੁਕਮ ਹੈ। ਜਿਹੜਾ ਸੰਗਤ ਵਿੱਚ ਆ ਕੇ ਰੱਬ ਦੀ, ਗੁਰੂ ਦੀ ਸਿਫਤ ਨਹੀਂ ਕਰਦਾ, ਉਹ ਵੀ ਪਾਪਾਂ ਦਾ ਭਾਗੀ ਹੁੰਦਾ ਹੈ। ਉੱਥੇ ਕਿਸੇ ਬੰਦੇ ਦੀ ਨਹੀਂ ਵਡਿਆਈ, ਉੱਥੇ ਸਿਰਫ ਅਕਾਲ ਪੁਰਖ ਦੀ ਵਡਿਆਈ। ਹਾਂ, ਬੰਦੇ ਦਾ ਉਦਾਹਰਨ ਦੇ ਕੇ ਤੁਸੀਂ ਕਹਿ ਸਕਦੇ ਹੋ, ਪਰ ਵਡਿਆਈ ਹੈ ਜਿਹੜੀ ਕਿਹਦੀ ਹੈ? ਜੈ ਘਰ ਕਰਤੇ ਕੀਰਤ ਹੋਏ। ਉਸ ਕਰਤੇ ਦੇ, ਉਸ ਘਰ ਦੇ ਵਿੱਚ ਪਰਮਾਤਮਾ ਦੇ ਸਤ ਸੰਗਤ ਦੀ, ਉੱਥੇ ਕਿਰਤ ਕਰੋ। ਕਿਹੜੀ? ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਜਿਹੜੀ ਸੱਚੀ ਤੇ ਸੁੱਚੀ ਕਿਰਤ ਹੈ, ਉਹ ਵੇ ਕਰਤਾਰ ਦੀ ਸਿਫਤ ਤੇ ਸਲਾਹ। ਇਹ ਕਰੀਦੀ ਹੈ ਸੰਗਤ ਵਿੱਚ ਆ ਕੇ। ਸਾਨੂੰ ਗਿਆਨ ਹੋਵੇ ਕਿ ਸੰਗਤ ਵਿੱਚ ਆ ਕੇ ਅਸੀਂ ਉਹਦੀ ਕਰਨੀ। ਮਹਾਰਾਜ ਕਹਿੰਦੇ ਨੇ ਸੋ ਕਰ ਰਾਖ। ਕੀ ਕਹਿਣਾ ਫਿਰ ਇੱਥੇ ਆ ਕੇ? ਮਹਾਰਾਜ ਮੈਨੂੰ ਇਸ ਘਰ ਦੇ ਵਿੱਚ ਰੱਖ ਲੈ। ਰਾਖ, ਰਾਖ ਸ਼ਰਨ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ। ਮੈਨੂੰ ਇਹ ਬਾਹਰ ਦੇ ਵਿਕਾਰਾਂ ਦੇ ਸਾਗਰ, ਅਗਨ ਸਾਗਰ ਨੇ, ਅੱਗ ਦੇ ਸਾਗਰ ਨੇ। ਅਗਨ ਸਾਗਰ ਵਿਕਰਾਲਾ, ਬੜਾ ਡਰਾਵਨਾ ਹੈ। ਨਾਨਕ ਕੇ ਸੁਖ ਦਾਤੇ ਸਤਿਗੁਰ, ਹਮ ਤੁਮਰੇ ਬਾਲ ਗੋਪਾਲਾ। ਮਹਾਰਾਜ ਕਹਿੰਦੇ ਨੇ ਅਸੀਂ ਇਹ ਅਰਦਾਸ ਕਰੀਏ, ਰਾਖ ਪਿਤਾ ਪ੍ਰਭ ਮੇਰੇ, ਮੋਏ ਨਿਰਗੁਣ ਸਭ ਗੁਣ ਤੇਰੇ। ਦੇਖੋ ਨਾਲ ਮਹਾਰਾਜ ਸ਼ਾਸਤਰਾਂ ਦੀ ਗੱਲ ਕਰਕੇ ਸਾਡੇ ਵਾਸਤੇ ਕੀ ਉਪਦੇਸ਼ ਦੇ ਰਹੇ ਨੇ ਕਿ ਮੰਗੋ ਕਿ ਰਾਖ ਪਿਤਾ ਪ੍ਰਭ ਮੇਰੇ, ਮੋਏ ਨਿਰਗੁਣ ਸਭ ਗੁਣ ਤੇਰੇ, ਪੰਜ ਬਿਖਾਦੀ ਏਕ ਗਰੀਬਾ। ਉਹ ਪੰਜ ਨੇ, ਮੈਂ ਇਕੱਲਾ ਵਾਂ। ਘਰ ਵਿੱਚ ਇੱਕ ਚੋਰ ਆ ਜਾਏ ਤੇ ਘਰ ਲੁੱਟ ਕੇ ਲੈ ਜਾਂਦਾ, ਤੇ ਇੱਥੇ ਤੇ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਪੰਜ ਬਿਖਾਦੀ ਏਕ ਗਰੀਬਾ, ਮੈਂ ਤੇ ਇੱਕ ਗਰੀਬਾਂ। ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ। ਉਹ ਮੈਨੂੰ ਬੜਾ ਹੀ ਤੰਗ ਕਰਦੇ ਨੇ, ਪਰ ਆਇਓ ਸ਼ਰਨ ਤੁਹਾਰੇ। ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮੈਨੂੰ ਰੱਖ ਲੈ। ਕਰ ਕਰ ਹਾਰਿਓ ਅਨਕ ਬੋ ਪਾਤੀ, ਛੋੜੇ ਕਤੂ ਨਾਈ। ਏਕ ਬਾਤ ਸੁਨ ਤਾਕੀ ਓਟਾ, ਸਾਧ ਸੰਗ ਮਿਟ ਜਾਈ। ਮੈਂ ਇੱਕ ਗੱਲ ਸੁਣੀ ਹੈ, ਜੇ ਮੈਂ ਸੰਗਤ ਵਿੱਚ ਆ ਜਾ ਤੇ ਇਹਨਾਂ ਤੋਂ ਛੁਟਕਾਰਾ ਮੇਰਾ ਮਿਲ ਸਕਦਾ ਹੈ। ਤਾਂ ਮਹਾਰਾਜ ਕਹਿੰਦੇ ਸੋ ਘਰ ਰਾਖ, ਮੈਨੂੰ ਇਸ ਘਰ ਦੇ ਵਿੱਚ ਰੱਖ ਲੈ। ਵਡਾਈ ਤੋਏ, ਇਸ ਵਿੱਚ ਤੇਰੀ ਭਲਾਈ ਹੈ। ਜੇ ਮੈਨੂੰ ਤੂੰ ਰੱਖ ਲੇਂਗਾ, ਇਹ ਤੇਰੇ ਵਾਸਤੇ ਚੰਗਾ ਹੋਏਗਾ। ਤਾਂ ਮਹਾਰਾਜ ਕਹਿੰਦੇ ਨੇ, ਰਾਹੂ ਤੋਂ ਬਾਅਦ ਕੀ ਕਹਿੰਦੇ ਨੇ? ਵਿਸਵੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਂ ਹੋਆ। ਇੱਥੇ ਮਾਂ ਪੜ੍ਹਨਾ, ਮਾਓ ਨਹੀਂ ਪੜ੍ਹਨਾ, ਮਾਂ ਹੋਆ। ਮਹਾਰਾਜ ਇਹ ਸਾਰੇ ਸਮੇਂ ਦੀ ਵੰਡ ਕੀਤੀ ਹੈ। ਕਿਸ ਤਰ੍ਹਾਂ ਕੀਤੀ ਹੈ? ਇਹ ਸਭ ਸੂਰਜ ਦੇ ਨਾਲ ਸੰਬੰਧਿਤ ਨੇ। ਵਿਸਾ,
जिस तरह विसाखी हुंदा है, अख दा चमकण जिन्ना जिहड़ा समा हुंदा ना, 15 वारी अख चमके तो उन्होंने एक विसा कहते हैं। फिर समझना, कोई अख भनकड़ कहते हैं, अख भनकी इस तरह चपकदी है, 15 वारी चपके तो एक चस्सा बनता है, एक विसा, ते 15 विसे का एक चस्सा बनता है, ते 30 चस्सियां का एक पल है, ते 60 पलों का एक घड़ी बनती है, ते 7.5 घड़ियां की एक पैर हुंदा है, ते 8 पैरों का एक दिन ते रात हुंदा है। ते दिन रात ये महीने दे विच 30 वारी आउंदे ने, 15 वारी थित्तां आंदियां ने, ते इहदे वार भी आंदे ने, सोमवार, मंगलवार, बुधवार, माह आंदे ने। जिस तरह पढ़ी दा चेत, वसाख, जेठ, हाड़, सावन, भादो, अस्सू, कत्ते, मगर, पो, माह, फग्गण, ये माह ने, महीने ने। महाराज ये सारियां चीज़ां दस रहे ने कि विसुए, चस्सिया, घड़िया, पहरा, थित्ती वारी, माह हुआ, 6 रुत्तां भी ने, 12 महीने हो गए, 7 वार हो गए। तो महाराज कहना की चाह रहे ने, कहते ने पर सूरज एको रुत अनेक, पर सूरज इको ही है। जे सूरज रब वालों ना निकले ना, ये सब बेकार है। इत्थे महाराज सूरज नाल नहीं जोड़ रहे, सानू ये समझाना कह रहे ने, जिस तरह इस समय की वंड सारी सूरज ते डिपेंड है, ते सूरज एक है, रुत्तां भी अनेक ने, कोई बसंत है, कोई सर्द है, कोई गर्म है, आंदियां न रुत्तां, पतझड़ है। पर महाराज कहते ने पर इसे तरह परमात्मा अनेकता दे विचों एक ही है। किथे ये ना सोचना कल तो असी सूरज नूं पानी देन लग पईए, किथे असी दिनां नूं महत्ता देन लग पईए, किथे महीनियां नूं मन्नण लग पईए। महाराज कहते ने ये जिन्ने भी ने ना, पर इन्हां दा मुੱਢ की है, सूरज एको रुत अनेक। सूरज इन्हां दा इको ही है, इन्हां दा करता धरता कह लो, जिथों तो उत्पन्न होए ने, ते पर रुत्तां अनेक ने। गुरु महाराज कहते ने इसे तरह नानक करते के केते वेस। इस तरह कई सूरज, कई सृष्टियां, कई शास्त्र, कई वेद, किन्ने तरह के जीव। देखो किसी का किसी नाल रंग नहीं मिलता, किसी का सुभाव नहीं मिलता, किसी का नैन नक्श नहीं मिलता। हाँ जी, किसी का कोई लंबा है, कोई छोटा है, कोई जानवर देख लो, जानवरों में भी किन्नियां किस्मां ने, किसी की आपस विच नहीं मिलती। तुसीं ये बाज़ारां विच रस्ते डोगी देखो, किसी की किसी नाल शक्ल नहीं मिलती, बंदियां दी किसी नाल नहीं मिलती। करते के केते वेस, किन्ने ही उहदे अनेकां स्वरूप ने, और सब दे सुभाव नहीं मनते। मैं अक्सर बेनती करना, एक माँ के 4 बच्चे हुंदे ना, उन्हां दे सुभाव नहीं मिलते। हालांकि इक्को माँ के पेट विचों हुंदे ने, पर उस बच्चे का दूजे नाल सुभाव नहीं मिलता। ईवन किसी की शक्ल नहीं मिलती, पर वेस वो परमात्मा दे ही निसार है। सब में जोत, जोत है सोए, तिस दे चानन सब में चानन होए। वो सारे वेसां विच रब है। कमाल दी गल है, जे 4 बच्चे ने, 4 विच ही रब है, पर आप एक ही है। महाराज कहते ने विसवे चसिया, घड़िया, पहरा, थित्ती वारी मां होआ, सूरज एको रुत अनेक। ये उदाहरण ने, जिस तरह समय दे सारा सूरज देवे, भाई सूरज नूं वेख के ये समय बने ने, दिन रात, सोम मंगल बुध, ये महीने बने ने, ये थित्तां बणियां ने। कोई पूर्णमाशी कोई कह रहा, कोई संग्रांद कह रहा, कोई मस्या कह रहा। इस तरह ये पल, चस्सियां, घड़िए, पहरा, ये रुत्तां, ये सब सूरज दे नाल संबंधित ने। पर इन्हां दा रचेता, इन्हां दा करण वाला वो सूरज है। ते जे सूरज दी
महाराज सत्ता ही खिंच ले परमात्मा, तो सूरज किसी कम्मे का नहीं है। महाराज कहते जिस तरह ये सारिया चीज़ों का सूरज इको इहदा करता है, पर रुतां अनेक ने, इस तरह परमात्मा महाराज उदाहरण कह रहे हैं, नानक करते के केते वेस। इस तरह कई वेस परमात्मा दे ने। तो गुरु साहब सानू देखो विचार उही एक दी हो रही है, तो ध्यान दो। ਅਸੀਂ ਕਹਿੰਦੇ ना गुरु ग्रंथ साहब की विचार एक ते वे एक ओंकार की व्याख्या हो रही है, सारी समझण की गल है। आ जाके महाराज साडा ध्यान एक ओंकार ते ही लिया रहे हैं कि हे वाहिगुरु इको ही है। उहदे कोई किस तरह जप रहा है मुबारक है, किसी नूं खंडन ना करो, कोई धर्म का खंडन ना करो, किसी ग्रंथ का खंडन ना करो, किसी दे मत का खंडन ना करो। जे किसी नूं तुसीं खंडन कर रहे हो, किसी का किसी की भावना नूं ठेस पहुँचा रहे हो, तुसीं रब तक नहीं पहुँच सकते। उदाहरण दे के असीं दस सकते हैं कि उस धर्म विच ये हो रहा है। गुरु साहब सानू एक कह रहे हैं, देखो एग्जाम्पल तो देनी पैनी है। महाराज ने कहा प्राप्ति 6 ने की है शास्त्रां ने जिहड़े विचेता सन, पर वो शास्त्र ओदा खंडन करता है, वो शास्त्र ओदा खंडन करता है। वो कहते सन्यासी चंगे नहीं है, रब एवें नहीं पाते। कोई कहता त्यागी चंगा नहीं, कोई कहता प्राण उत्ते करके स्वासां उत्ते चढ़ा के ਇਹਦੇ ਨਾਲ ही साढ़े स्वासां की अंदर अज्ञानता की जिहड़ी मैल है, कोई कहता सी अज्ञानता की मैल है, कोई मैल नहीं है, सिर्फ अज्ञानता की, काम क्रोध की नहीं है, कोई कहता अज्ञानता की मैल है। तो ਉਹ ਉਹਨੂੰ ਕੱਟਦਾ ਸੀ, ਉਹ ਉਹਨੂੰ ਕੱਟਦਾ ਸੀ, ਤੇ ਪ੍ਰਾਪਤੀ ਫਿਰ ਕਿਸੇ ਨੂੰ ਵੀ ਨਹੀਂ ਆਉਂਦੀ। तो गुरु महाराज कहते हैं वो समझ नहीं पाए। दरअसल वो विचेत जिहड़ा ने रचिया सी वो भी परमात्मा वालों ही रचाए गए सन, वो भी परमात्मा दे ही रूप ने। जे समझ आ जाए, हर कोई अपने धर्म की वडियाई करता है। मैं वां मैं करांगा, तुसी हो तुसी भी अपने धर्म की, पारसी होणगे वो भी करनगे, इस्लाम अपने धर्म का करेगा। पर यह कह देना कि इस्लाम ही चंगा है, हिंदू धर्म माड़ा है, तो यह गल गलत है। हिंदू धर्म कह दे कि हिंदू धर्म ही चंगा है, इस्लाम माड़ा है, ये भी गलत है। किसी नूं खंडन करना, गुरु साहब ने ते भाई मरदाने नूं नाल रख के लोगों नूं दस दिता कि इंसानियत दे अंदर सारियां दा भला करो, किसी नाल बुराई नहीं। नाल फरीद साहब नूं भी गुरु ग्रंथ साहब विच जगह दिती है, कोई वितकरा नहीं है। मैं अक्सर बेनती करना, किसी भी ग्रंथ नूं फोल लवो, उन्हां दी अपनी। हुण एक गल मैनूं याद आई, इस्लाम धर्म वो कहता भी रब की जिहड़ी बोली है ना वो अरबी है, वो अरबी ही नूं मानता देंदे ने, अच्छी गल है। पर यह कह देना कि रब की भाषा ही अरबी है। तो हिंदू मत विच यह कहते हैं कि रब का जिहड़ा प्राप्ति है ना वो संस्कृत ही बोली है। मारे कहते हैं एवें ना कहो, रब की कोई बोली नहीं जे। ਇਹਦਾ मतलब है जिन्हों इंग्लिश आती है, संस्कृत नहीं आती, या परसन नहीं आती, या अरबी नहीं आती, और रब नूं पा नहीं सकता। उन्होंने ख्याल है, कहते रब जदों मिले संस्कृत ਉਹਦੀ भाषा ਉਹਦੇ ਨਾਲ गल करनी है, रब नाल ते संस्कृत भाषा नाल करनी है। कोई कहता उन्हें रब ने गल करनी है तो उन्हें अरबी भाषा विच तुहानूं करनी है। गुरु साहब कहते नहीं, उन्हें पढ़िया ना तुसी, साचा साहिब साच नाए, वो सच्चा है, वो मालक की है सदा रहने वाला। साहिब साचा साहिब साच नाए, भाख्या भाओ अपार। भाख्या की होंदी भाषा, ਉਹਦੀ रब की भाषा की है, भाख्या भाओ प्यार की भाषा है। वो तुसी संस्कृत विच भावें तुसी रब नूं पा सकते हो, अरबी विच भी पा सकते हो, हिंदी विच भी पा सकते हो, इंग्लिश च भी पा सकते हो, पंजाबी विच भी पा सकते हो, पर उहदे विच प्रेम होना चाहिए। सारियां बोलियां रब दियां ने, पर रब दी जिहड़ी अपनी बोली है उहदे विच प्रेम है। भाख्या पाओ अपार, ना पारावार जिदा हो सके, जिदा परला बन्ना ना होवे, उस वाहिगुरू की भाषा की है, प्रेम दी। जिस तरह बच्चा माँ के अगे तोतलियां गल्लां करदा है तो माँ समझ जाती है ना एक की मंग रहा है, की कितना अच्छा लगता है जो बच्चा तोतलियां गल्लां च माँ नूं पुकारदा है ना। क्यों? क्योंकि उसकी भाषा समझ जाती है।
ਤੇ ਰੱਬ ਦੇ ਅੱਗੇ ਤੁਸੀਂ ਭਾਵੇਂ ਅਰਬੀ 'ਚ ਉਹਨੂੰ ਯਾਦ ਕਰ ਲਓ, ਭਾਵੇਂ ਸੰਸਕ੍ਰਿਤ 'ਚ ਕਰ ਲਓ। ਗੁਰੂ ਸਾਹਿਬ ਕਹਿੰਦੇ ਨੇ ਇਹ ਦਾਅਵੇ ਨਾ ਕਰੋ ਕਿ ਸੰਸਕ੍ਰਿਤ ਵਿੱਚ ਹੀ ਜਿਹਨੂੰ ਆਂਦੀ ਉਹੀ ਰੱਬ ਪਾਏਗਾ, ਕੋਈ ਅਰਬੀ ਵਿੱਚ ਆਂਦੀ ਉਹੀ ਰੱਬ ਪਾਏਗਾ, ਕੋਈ ਜਿਹਨੂੰ ਜਿਹੜੀ ਲੈਂਗੁਏਜ ਆਂਦੀ। ਨਹੀਂ ਭਾਈ, ਜਿਹੜੀ ਮਰਜ਼ੀ ਲੈਂਗੁਏਜ, ਰੱਬ ਤੇ ਤੁਹਾਡੀ ਸਾਰੀ ਭਾਸ਼ਾ ਜਾਣਦਾ ਹੈ, ਪਰ ਅੰਦਰੋਂ ਪ੍ਰੇਮ ਦੀ ਭਾਸ਼ਾ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਰੱਬ ਦੀ ਭਾਸ਼ਾ ਪ੍ਰੇਮ ਦੀ ਹੈ। ਤੋ ਜਿਹਦੇ ਕੋਲ ਪ੍ਰੇਮ ਨਹੀਂ ਹੈ, ਮਹਾਰਾਜ ਕਹਿੰਦੇ ਨੇ ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਇਹ ਸਾਰੀਆਂ ਸਟੇਜਾਂ ਨੇ। ਜਿਹੜੇ ਅਤ ਸੁੰਦਰ, ਜੇ ਬਹੁਤ ਸੋਹਣਾ ਹੋਵੇ, ਕੁਲੀਨ ਉੱਚੀ ਕੁਲ ਦਾ ਹੋਵੇ, ਚਤੁਰ ਬੜਾ ਸਿਆਣਾ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮੁੱਖੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ, ਧਨਵਾਨ ਵੀ ਹੋਵੇ, ਇੰਨੀਆਂ ਤੇਰੇ ਕੋਲ ਪਦਵੀਆਂ ਹੋਣ। ਮਹਾਰਾਜ ਕਹਿੰਦੇ ਨੇ ਮਿਰਤਕ ਕਹੀਏ ਨਾਨਕਾ, ਉਹ ਮੋਏ ਬਰਾਬਰ ਹੈ ਜੇ ਪ੍ਰੀਤ ਨਹੀਂ ਭਗਵੰਤ। ਜੇ ਰੱਬ ਦੇ ਨਾਲ ਤੇਰੀ ਪ੍ਰੀਤ ਨਹੀਂ ਨਾ, ਭਾਵੇਂ ਤੂੰ ਜਿਸ ਦਾ ਮਰਜ਼ੀ ਬਣ ਜਾ, ਫਿਰ ਤੂੰ ਭਾਵੇਂ ਅਰਬੀ ਵਿੱਚ ਵੀ ਉਹਨੂੰ ਅੱਲਾ ਅੱਲਾ ਕਹਿ ਲੈ, ਸੰਸਕ੍ਰਿਤ ਵਿੱਚ ਹੀ ਰਾਮ ਰਾਮ ਕਹਿ ਲੈ, ਉਹਨੇ ਲੱਭਣਾ ਨਹੀਂ ਆ। ਤੇ ਜੇ ਤੇਰੇ ਅੰਦਰ ਪਿਆਰ ਹੈ, ਤੂੰ ਫਿਰ ਸੰਸਕ੍ਰਿਤ ਵਿੱਚ ਵੀ ਯਾਦ ਕਰ ਲੈ, ਭਾਵੇਂ ਉਹਨੂੰ ਤੂੰ ਅਰਬੀ ਵਿੱਚ ਵੀ ਯਾਦ ਕਰ ਲੈ, ਭਾਵੇਂ ਉਹਨੂੰ ਗੁਰਮੁਖੀ 'ਚ ਵੀ ਯਾਦ ਕਰ ਲੈ, ਕਿਸੇ ਭਾਸ਼ਾ 'ਚ ਯਾਦ ਕਰ ਲੈ, ਉਹਨੇ ਤੇਰੇ ਨਾਲ ਪਿਆਰ ਪਾ ਹੀ ਲੈਣਾ ਹੈ। ਉਹਨੇ ਤੇਰੀ ਅੰਦਰ ਦੀ ਭਾਵਨਾ ਦੇਖਣੀ ਹੈ, ਤੂੰ ਕਿਸ ਭਾਵਨਾ ਤੋਂ ਉਸ ਵਾਹਿਗੁਰੂ ਨੂੰ ਯਾਦ ਕਰ ਰਹੇ ਹੈ। ਤਾਂ ਗੁਰੂ ਸਾਹਿਬ ਇਹੀ ਕਹਿ ਰਹੇ ਨੇ ਕਿ ਨਾਨਕ ਕਰਤੇ ਕੇ ਕੇਤੇ ਵੇਸ। ਉਹਦੇ ਕਿੰਨੇ ਹੀ ਵੇਸ ਨੇ, ਪਰ ਉਹਦਾ ਆਪਣਾ ਵੇਸ ਇੱਕੋ ਹੀ ਹੈ। ਉਹ ਪਰਮਾਤਮਾ ਆਪ ਹੈ, ਉਹਦਾ ਆਪਣੇ ਆਪ ਤੂੰ ਆਪੇ ਹੀ ਆਪ ਹੈ। ਸਾਰਿਆਂ ਦੇ ਵਿੱਚ ਅਨੇਕਤਾ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹ ਇੱਕ ਹੀ ਹੈ। ਸ਼ਾਸਤਰ ਸਾਰੇ ਚੰਗੇ ਨੇ, ਪਰ ਇੱਕ ਸ਼ਾਸਤਰ ਦੂਜੇ ਦੀ ਨਿੰਦਾ ਕਰੇ, ਦੈਟ ਇਜ਼ ਰੋਂਗ। ਇੱਕ ਪੁਰਾਣ ਦੀ ਕਰੇ, ਦੈਟ ਇਜ਼ ਰੋਂਗ। ਕੁਰਾਨ ਦੀ ਕਰੇ, ਰੋਂਗ। ਗੁਰੂ ਗ੍ਰੰਥ ਸਾਹਿਬ ਤੇ ਇਹੀ ਉਪਦੇਸ਼ ਦਿੰਦੇ ਨੇ ਕਿ ਸਭੇ ਖਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਇੱਥੋਂ ਤੇ ਆਵਾਜ਼ ਹੀ ਇਹੀ ਆਉਂਦੀ ਏ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਗੁਰੂ ਗ੍ਰੰਥ ਸਾਹਿਬ ਤੋਂ ਆਵਾਜ਼ ਕਿਉਂ ਸਾਰਿਆਂ ਨੂੰ ਚੰਗਾ ਲੱਗਦਾ ਹੈ? ਕਿਉਂਕਿ ਸਾਰਿਆਂ ਦੀ ਭਾਸ਼ਾ ਨੂੰ ਜਗ੍ਹਾ ਦਿੱਤੀ ਹੈ। ਮੈਂ ਕਹਿ ਰਿਹਾ ਸੀ ਨਾ, ਕੁਰਾਨ ਵਿੱਚ ਕਿਸੇ ਦੂਜੀ ਭਾਸ਼ਾ ਦਾ ਨਹੀਂ ਜ਼ਿਕਰ ਹੈ, ਵੇਦਾਂ ਦੇ ਵਿੱਚ ਸੰਸਕ੍ਰਿਤ ਤੋਂ ਇਲਾਵਾ ਕਿਸੇ ਦਾ ਜ਼ਿਕਰ ਨਹੀਂ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀਆਂ ਭਾਸ਼ਾ ਨੂੰ ਮਾਣ ਦਿੱਤਾ ਹੈ। ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਕੋਈ ਮਰਾਸੀ ਹੈ, ਭਾਈ ਮਰਦਾਨੇ ਜੀ ਵਰਗਿਆਂ ਨੂੰ ਵੀ ਜਗ੍ਹਾ ਮਿਲੀ ਹੈ, ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਕੋਈ ਬ੍ਰਾਹਮਣ ਹੈ, ਪਰ ਜੇ ਰੱਬ ਦੇ ਨਾਲ ਜੁੜਿਆ ਹੈ, ਜਿਹਨੇ ਇੱਕ ਦੀ ਗੱਲ ਕੀਤੀ ਹੈ, ਜਿਹਨੇ ਪਕਸ਼ਪਾਤ ਨਹੀਂ ਕੀਤਾ, ਛੋਟਾ ਵੱਡਾ ਨਹੀਂ ਕੀਤਾ, ਜਿਹਨੇ ਜਾਤ ਪਾਤ ਤੋਂ ਉੱਤੇ ਹਟ ਕੇ ਗੱਲ ਕੀਤੀ ਹੈ, ਉਸ ਵਾਹਿਗੁਰੂ ਦੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨੂੰ ਸਤਿਕਾਰ ਮਿਲਿਆ ਹੈ। ਭਾਵੇਂ ਨੀਵੀਂ ਜਾਤੀ ਦੇ ਕਬੀਰ ਸਨ, ਰਵਿਦਾਸ ਜੀ ਸਨ, ਨਾਮਦੇਵ, ਜਿਨ੍ਹਾਂ ਨੂੰ ਧੱਕੇ ਮਾਰ ਕੇ ਲੋਕਾਂ ਨੇ ਸ਼ੂਦਰ ਕਹਿ ਕੇ ਉਹਨਾਂ ਨੂੰ ਕੱਢਿਆ ਹੋਇਆ ਸੀ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਮਾਣ ਮਿਲਿਆ। ਇੱਥੇ ਭਾਸ਼ਾ ਨੂੰ ਵੀ ਮਾਣ ਮਿਲ ਗਿਆ, ਇੱਥੇ ਬੰਦਿਆਂ ਨੂੰ ਵੀ ਮਾਣ ਮਿਲਿਆ, ਅੰਦਰ ਦੇ ਪ੍ਰੇਮ ਨੂੰ ਦੇਖਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਉਸ ਨਾਨਕ ਪਾਤਸ਼ਾਹ ਮੋਹਰ ਲਾ ਕੇ, ਆਪਣੀ ਕਵੀ ਦੀ ਮੋਹਰ ਲਾ ਕੇ ਆਪਣੀ ਗੱਲ ਕਰ ਰਹੇ ਨੇ। ਨਾਨਕ ਕਰਤੇ ਕੇ, ਉਸ ਮਾਲਕ ਦੇ, ਕ੍ਰੀਏਟਰ ਦੇ ਕੇਤੇ ਵੇਸ, ਅਨੇਕਾਂ ਹੀ ਸਰੂਪ ਨੇ, ਇਹ ਸਭ ਪਰਮਾਤਮਾ ਦੇ ਸਰੂਪ ਨੇ। ਤਾਂ ਮਹਾਰਾਜ ਨੇ ਅੱਜ ਜੋ ਸੇਵਾ ਲਈ ਹੈ, ਕੋਟਾਨ ਕੋਟ ਧੰਨਵਾਦ, ਰੋਮ ਰੋਮ ਸ਼ੁਕਰਾਨਾ ਹੈ ਜੋ ਸਤਿਗੁਰ ਰਹਿਮਤ ਕਰਕੇ ਸੇਵਾ ਲੈਂਦੇ ਨੇ। ਆਸ ਹੈ ਅਸੀਂ ਇਸ ਕਨਸੈਪਟ ਨੂੰ ਗਹਿਰਾਈਆਂ ਦੀ, ਦਿਲ ਦੀ ਗਹਿਰਾਈਆਂ ਵਿੱਚੋਂ ਸਮਝ ਸਕੀਏ, ਔਰ ਕਿਸੇ ਨੂੰ ਮਾੜਾ ਸ਼ਾਸਤਰ ਨੂੰ ਮਾੜਾ ਨਾ ਕਹੀਏ, ਕਿਸੇ ਵੀ ਵੇਦ ਨੂੰ ਮਾੜਾ ਨਾ ਕਹੀਏ, ਕਿਸੇ ਗ੍ਰੰਥ ਨੂੰ ਮਾੜਾ ਨਾ ਕਹੀਏ, ਪਰ ਇੱਕ ਗੱਲ ਯਾਦ ਰੱਖੀਏ, ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਗ੍ਰੰਥ ਨਹੀਂ ਹੈ। ਬਸ ਖੰਡਨ ਨਹੀਂ ਕਿਸੇ ਦਾ, ਆਪਣਾ ਪਿਓ ਹੀ ਹੈ। ਮਾਂ ਜਿਤਨੀਆਂ ਵੀ ਤੁਹਾਡੀਆਂ ਪੜੋਸਣ ਹੋਵੇ,
ਮਾਸੀਆਂ ਜ਼ਰੂਰ ਹੋ ਸਕਦੀਆਂ ਨੇ, ਮਾਂ ਨਹੀਂ ਹੋ ਸਕਦੀ। ਤਾਂ ਐਸੇ ਗੁਰੂ ਗ੍ਰੰਥ ਸਾਹਿਬ ਜਿਹੜੀ ਸਾਂਝੀ ਵਾਰਤਾ ਦੇ ਪ੍ਰਤੀਕ ਨੇ ਔਰ ਸਭ ਨੂੰ ਇੱਕੋ ਜਿਹੀ ਆਵਾਜ਼ ਵਿੱਚ ਗੱਲ ਕਰਦੇ ਨੇ, ਕਿਸੇ ਨਾਲ ਪਕਸ਼ਪਾਤ ਨਹੀਂ ਕਰਦੇ। ਇੱਥੇ ਤੇ ਕੋਈ ਗਰੀਬ ਆ ਜਾਏ, ਕੋਈ ਚੋਰ ਆ ਜਾਏ, ਕੋਈ ਸਾਧ ਆ ਜਾਏ, ਕੋਈ ਡਾਕੂ ਆ ਜਾਏ, ਕਿਸੇ ਧਰਮ ਦਾ ਆ ਜਾਏ, ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮੇਰੀ ਗੱਲ ਕਰ ਰਹੇ ਨੇ, ਮੈਨੂੰ ਹੀ ਮਾਣ ਦੇ ਰਹੇ ਨੇ, ਮੈਨੂੰ ਹੀ ਜੁੜਨ ਦੀ ਗੱਲ ਕਰ ਰਹੇ ਨੇ। ਪਰ ਕਿਸੇ ਹੋਰ ਗ੍ਰੰਥ ਦੀ ਸਟੱਡੀ ਕਰੋ, ਉਹ ਸਿਰਫ ਆਪਣੇ ਧਰਮ ਦੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਉਸ ਅਕਾਲ ਪੁਰਖ ਦੀ। ਤਾਂ ਹੀ ਮੈਂ ਕਹਿੰਦਾ, ਅਕਸਰ ਬੇਨਤੀ ਕਰਨਾ, ਹਰ ਦੀਵਾਨਾਂ ਦੇ ਵਿੱਚ ਵੀ ਬੇਨਤੀ ਕਰਨਾ ਕਿ ਅਸੀਂ ਇੱਕ ਦੀ ਪੜ੍ਹਾਈ ਗੁਰੂ ਸਾਹਿਬ ਨੇ ਇੱਕ ਨਾਲ ਜੋੜ ਕੇ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ। ਇੱਕ ਤੋਂ ਜੋੜਨ ਤੋਂ ਇਲਾਵਾ ਕਿਸੇ ਨੂੰ ਮਾੜਾ ਨਹੀਂ ਕਿਹਾ। ਜਿਹੜੇ ਮਾੜਾ ਕਹਿੰਦੇ ਸਨ ਉਹਨਾਂ ਨੂੰ ਵੀ ਕਿਹਾ, ਭਾਈ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਭਾਈ ਬਾਲਾ ਤੇ ਮਰਦਾਨਾ ਨੂੰ 54 ਸਾਲ ਜਿਹੜੇ ਮਰਦਾਨਾ ਜੀ ਨਾਲ ਰਹੇ ਨੇ, ਇਹ ਪ੍ਰਤੀਕ ਹੈ ਕਿ ਮਹਾਰਾਜ ਕਿਸੇ ਧਰਮ ਤੋਂ ਵੈਰ ਨਹੀਂ ਕਰਦੇ ਸਨ ਕਿ ਇਹ ਮੁਸਲਮਾਨ ਹੈ, ਮਰਾਸੀ ਹੈ। ਨੀਵੀਂ ਜਾਤ ਦਾ ਸੀ ਨਾ ਭਾਈ ਮਰਦਾਨਾ ਜੀ, ਨੀਵੀਂ ਜਾਤ ਦੇ ਸਨ, ਪਰ ਮਹਾਰਾਜ ਨੇ ਨਾਲ ਰੱਖਿਆ। ਆਪ ਪਟਵਾਰੀ ਸਨ। ਇਹ ਦੱਸਿਆ ਗਿਆ ਸਾਨੂੰ ਕਿ ਗੁਰੂ ਸਾਹਿਬ ਸਾਨੂੰ ਨੇ ਇਹ ਗੱਲ ਦੱਸੀ ਕਿ ਮਹਾਰਾਜ ਨੇ ਇਹ ਕਿਹਾ ਕਿ ਕੋਈ ਵੀ ਸੰਸਾਰ ਦੇ ਵਿੱਚ ਮਾੜਾ ਨਹੀਂ ਹੈ, ਸਾਰੇ ਪਰਮਾਤਮਾ ਦੇ ਉਹ ਰੂਪ ਨੇ ਤੇ ਸਾਰਿਆਂ ਦੀ ਮਹਾਰਾਜ ਨੇ ਸਭ ਨੂੰ ਪਿਆਰ ਨਾਲ ਗਲਵਕੜੀ ਲੈ ਕੇ, ਸਭ ਨੂੰ ਨਾਲ ਲੈ ਕੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਇਤਨੀ ਮੇਰੀ ਸੇਵਾ ਪ੍ਰਵਾਨ ਕਰ ਲੈਣੀ। ਇੱਕ ਨਹੀਂ, ਮੇਰੇ ਪਾਸੋਂ ਅਨੇਕਾਂ ਭੁੱਲਾਂ ਹੋ ਗਈਆਂ ਨੇ ਮਹਾਰਾਜ। ਆਪ ਬਖਸ਼ੰਤ ਪਿਤਾ ਜੀ, ਆਪ ਬਖਸ਼ ਲੈਣਾ। ਅੱਗੋਂ ਲਈ ਸ਼ੁੱਧ ਸਪਸ਼ਟ ਸੇਵਾ ਕਰਨ ਦੀ, ਬਾਣੀ ਪੜ੍ਹਨ ਦੀ, ਵਿਚਾਰ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ।